अस्सलाम वालेकुम। प्रोग्राम जुर्म अंजाम के साथ मैं हूं मुजाहिद शेख। आज हम आपको ऐसी दुख भरी दास्तान सुनाएंगे जिसमें एक जालिम बीवी ने अपने बेटे और बेटी के साथ मिलकर शोहर को कत्ल कर दिया। क्यों एक बेटा और बेटी जालिम माँ के साथ बाप को कत्ल करने में रजामंद हुए, वजह क्या थी, पुलिस की तफ्तीश क्या कहती है और उस मकतूल की माँ क्या कहती है, आइए आपको दिखाते हैं। लाहौर के इलाके काना में एक अफसोसनाक वाक़या हुआ जिसमें बीवी ने अपने बेटे और बेटी की मदद से अपने शोहर को कत्ल कर दिया। लवाहिकीन मकतूल के हमारे पास हैं, उनसे बात करते हैं। माँ भी वो है जो दर्द भरी दास्तान सुनाएगी। माँ जी, क्या नाम है आपका? मेरा नाम साबरा। की होया सी वाक़या? ਤੁਹਾਡਾ बेटा सी सलीम, कितना अरसा पहले शादी हुई सी ते बीवी ने ते बेटे ने ते बेटी ने कत्ल कर दिता? जी बेटा, बीवी ने 20 साल हो गए उनकी शादी हुई नहीं ते 20 सालों का बेटा हो गया उनका ते बेटी भी ते बेटे ने रल के ना मां दे नाल ते प्यो नूं कत्ल कर दिता। मां ने आख्या नींदर दियां नशे दियां गोलियां उन्होंने नशा नहीं सी करता, वो आपदा नान चने बेचदा सी ते आपदा गुजारा करदा सी। ਉਹ ਇਹ ਆਂਦੀ ਸੀ ਮੇਰੇ ਕੋਲ ਕੰਮ ਨਹੀਂ ਹੁੰਦਾ ਤੇ ਉਹਨੇ ਆਖਿਆ ਮੈਂ ਨਾਨ ਚਣੇ ਵੇਚਣਾ, ਤੂੰ ਕਿਸੇ ਦਾ ਕੰਮ ਨਹੀਂ ਕਰਨਾ ਤੇ ਘਰ ਦਾ ਰਹਿਣਾ। ਉਹਦਾ ਅਹਿਸਾਸ ਕਰਦਾ ਰਿਹਾ ਤੇ ਉਸ ਨੇ ਔਰਤ ਨੇ ਐਸਾ ਅਹਿਸਾਸ ਕੀਤਾ, ਉਹਨੇ ਪੈਸੇ ਜੋੜੇ ਨੇ, ਜੋੜ ਕੇ ਤੇ ਉਹਨੇ ਜਗ੍ਹਾ ਲੈ ਕੇ ਦਿੱਤੀ, ਮਕਾਨ ਪਾ ਕੇ ਦਿੱਤਾ, ਉਹਨੂੰ ਰਹਿਸ਼ ਅੱਛੀ ਦਿੱਤੀ ਹੈ। ਅੱਛਾ, ਹੁਣ ਫਿਰ ਉਹਨੇ ਧੀ ਦੀ ਸਮਾਨ ਬਣਾਇਆ ਸੀ ਤੇ ਮੈਂ ਸ਼ਾਦੀ ਕਰਨੀ ਸੀ। ਈਦੋ 3 ਦਿਨ ਈਦ ਵਾਲੇ ਦਿਨ ਮੇਰੇ ਕੋਲ ਗਿਆ ਤੇ ਮੈਨੂੰ ਆਂਦਾ ਅੰਮੀ 18 ਤਰੀਕ ਨੂੰ ਸ਼ਾਦੀ ਹੈ। ਅੱਛਾ, ਤੇ ਤੂੰ ਆਣਾ ਹੈ ਤੇ ਮੈਂ ਆਪਣੇ ਭੈਣਾਂ ਭਰਾਵਾਂ ਨੂੰ ਵੀ ਕਹਿ ਦੇਣਾ ਕਿ 18 ਤਰੀਕ ਨੂੰ ਬੱਚੀ ਦੀ ਸ਼ਾਦੀ ਕਰਨੀ ਹੈ ਤੇ ਤੂੰ ਆਣਾ। 10 ਲੱਖ ਰੁਪਈਆ ਉਹਦੇ ਕੋਲ ਸੀ, ਉਹਨੇ ਉਹਦੇ ਕੋਲ ਰੱਖਿਆ ਸੀ। ਉਹਨੇ ਆਖਿਆ ਕੁਛ ਮੈਂ ਬੱਚੀ ਦੇ ਲਾ ਦਿਆਂਗਾ ਤੇ ਕੁਛ ਮੈਂ ਨਾ ਇੱਥੇ ਜਗ੍ਹਾ ਲਾਂਗਾ। ਠੀਕ ਹੈ, ਹਾਂ, ਮੈਂ ਜਗ੍ਹਾ ਲੈ ਕੇ ਨਾ ਤੇ ਆਪਦੇ ਪੁੱਤਰ ਨੂੰ ਨਾ ਦੁਕਾਨ ਵੱਖਰੀ ਪਾ ਕੇ ਦਿਆਂਗਾ, ਇਹ ਆਪਣਾ ਕਮਾ ਕੇ ਖਾਏਗਾ, ਅਸੀਂ ਦੋਵੇਂ ਜੀ ਆਪਣਾ ਕਮਾ ਕੇ ਖਾਵਾਂਗੇ। ਠੀਕ ਹੈ। ਉਹ ਬੀਵੀ ਨੇ ਐਸਾ ਕੀਤਾ ਹੀ ਕਿ ਪਤਾ ਨਹੀਂ ਲੱਗਾ। ਈਦ ਤੋਂ ਆਂਦੇ ਕਿ ਨਸ਼ੇ ਦੀਆਂ ਗੋਲੀਆਂ ਦੇਣ ਡਏ ਸੀ ਚਾਂਦ ਰਾਤ ਤੋਂ। ਅੱਛਾ, ਚਾਂਦ ਰਾਤ ਤੋਂ ਉਹਨਾਂ ਦਾ ਪ੍ਰੋਗਰਾਮ ਬਣਿਆ ਹੋਇਆ ਸੀ। ਉਹ ਈਦ ਤੇ ਵਾਲੇ ਦਿਨ ਉਹਨੇ ਮਾਰ ਕੇ ਨਾ ਤੇ ਉਹਨੇ ਨਹਿਰ 'ਚ ਸੁੱਟਣਾ ਸੀ। ਅੱਛਾ, ਉਹਨੇ ਕੁਛ ਖਾਦਾ ਨਹੀਂ। ਉਹਨੇ ਆਖਿਆ ਮੈਂ ਆਪਣੀ ਮਾਂ ਨੂੰ ਮਿਲ ਕੇ ਆਵਾਂ ਤੇ ਫਿਰ ਮੈਂ ਕੁਛ ਖਾਵਾਂਗਾ, ਮੈਂ ਭੈਣਾਂ ਨੂੰ ਮਾਂ ਨੂੰ ਮਿਲਾਂਗਾ ਤੇ ਖਾਵਾਂਗਾ। ਫਿਰ ਉਹ ਕੁੜੀਆਂ ਨੂੰ ਕਹਿ ਗਈ ਹੈ ਕਿ ਤੁਸੀਂ ਆਪਣਾ ਘਰ ਰਹੋ ਤੇ ਇਹਨੇ ਉਹਨਾਂ ਚਿਰ ਕੁਛ ਨਹੀਂ ਖਾਣਾ ਜਿੰਨਾ ਚਿਰ ਇਹ ਮਾਂ ਕੋਲ ਨਾ ਜਾਏਗਾ। ਠੀਕ ਹੈ। ਮੇਰੇ ਕੋਲ ਆਏ ਨੇ, ਮੇਰੇ ਨਾਲ ਮਿਲਿਆ, ਮੈਨੂੰ ਰਾਤ ਮੇਰੇ ਕੋਲ ਰਿਹਾ, ਰੋਟੀ ਪਾਣੀ ਖਾਦਾ, ਦਿਨੇ ਉਹਨਾਂ ਨੂੰ ਨਾਸ਼ਤਾ ਕਰਾ ਕੇ ਤੇ ਘਰ ਘਲਾਇਆ ਤੇ ਤੀਸਰੇ ਦਿਨ ਉਹਦਾ ਕਤਲ ਹੋਇਆ, ਮੈਂ ਲੈ ਲਿਆ। ਅੱਛਾ, ਕਤਲ ਦੀ ਤੁਹਾਨੂੰ ਇਤਲਾਹ ਕਿਸ ਤਰ੍ਹਾਂ ਮਿਲੀ? ਕਿੰਨੇ ਫੋਨ ਕੀਤਾ? ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਾ ਤੇ ਤੁਸੀਂ ਗਏ ਤੇ ਕੀ ਦੇਖਿਆ? ਅਸੀਂ ਕਤਲ ਦਾ ਮੇਰੇ ਜਾਂਦਿਆਂ ਨੂੰ ਪੁਲਿਸ ਆਈ ਹੋਈ ਸੀ ਰਾਤ ਦੇ 12 ਵਜੇ। ਪੁਲਿਸ ਮੇਰੇ ਪੋਤਰੇ ਨੇ ਫੋਨ ਕੀਤਾ, ਮੇਰੇ ਪੁੱਤ ਦੇ ਘਰ ਨਾ ਪੁਲਿਸ ਵਾਲਿਆਂ ਨੇ ਕੁੜੀ ਨੂੰ ਲੈ ਕੇ ਆਏ ਨੇ ਕਿ ਕੋਈ ਇਹਦਾ ਵਾਰਸ ਹੈਗਾ ਤੇ ਉਹਨੂੰ ਲਿਆਓ। ਉਹ ਕੁੜੀ ਆਈ ਹੈ ਕਿ ਮੇਰਾ ਇੱਥੇ ਚਾਚਾ ਰਹਿੰਦਾ ਤੇ ਮੇਰੀ ਦਾਦੀ ਕਸੂਰ ਰਹਿੰਦੀ ਹੈ। ਠੀਕ ਹੈ। ਤੇ ਉਹ ਕੁੜੀ ਆਈ ਹੈ ਉਹਨਾਂ ਨਾਲ ਤੇ ਆਣ ਕੇ ਤੇ ਮੇਰੇ ਇਸ ਪੁੱਤਰ ਦੇ ਕੋਲ ਗਏ ਤੇ ਪੁੱਤਰ ਮੇਰਾ ਘਰ ਨਹੀਂ ਹੈਗਾ, ਮੇਰਾ ਪੋਤਰਾ ਹੈਗਾ ਸੀ, ਮੇਰੀ ਨੂੰਹ ਹੈਗੀ ਸੀ, ਸਾਰੇ ਘਰ ਸੀਗੇ। ਅੱਛਾ, ਉਹਨੇ ਆਖਿਆ ਚਾਚੀ ਮੇਰਾ ਅੱਬਾ ਫੌਤ ਹੋ ਗਿਆ। ਅੱਛਾ, ਉਹਨੇ ਇਹ ਨਹੀਂ ਦੱਸਿਆ ਕਿ ਕਤਲ ਹੋ ਗਿਆ। ਉਹਨੇ ਆਖਿਆ ਮੇਰਾ ਅੱਬਾ ਫੌਤ ਹੋ ਗਿਆ ਤੇ ਉਹਨੇ ਆਖਿਆ ਕੀ ਹੋਇਆ ਤੇਰੇ ਅੱਬੇ ਨੂੰ? ਉਹ ਸਾਰੇ ਪਰੇਸ਼ਾਨ ਹੋ ਗਏ, ਭੱਜਣ ਲਾ ਤੁਰ ਲਾਵੇ ਵੀ ਚਲੀਏ। ਬਾਅਦ ਦੇ ਵਿੱਚ ਪਤਾ ਲੱਗਾ ਕਿ ਪੁਲਿਸ ਵਾਲਾ ਆਇਆ, ਕਤਲ ਹੋਇਆ ਤੇ ਮੇਰੀ ਆਖੇ ਮਾਂ ਨੇ ਤੇ ਮੇਰੇ ਭਰਾ ਨੇ ਤੇ ਮੇਰੀ ਭੈਣ ਨੇ ਰਲ ਕੇ ਕਤਲ ਕੀਤਾ। ਅੱਛਾ, ਇਹਨਾਂ ਨੇ ਰਲ ਕੇ ਕਤਲ ਕੀਤਾ ਤੇ ਇਹਨਾਂ ਨੇ ਨਾ ਉਹ ਇਹਨਾਂ ਨੇ ਦਫਨਾ ਦੇਣ ਆਪਣਾ ਸੁੱਟ ਦੇਣਾ ਸੀ। ਕਿਉਂ ਕਿਸੇ ਹਮਸਾਇਆ ਸੀ ਜਿਹੜਾ ਉਹਨਾਂ ਦੇ ਕੋਲ, ਜਿਹੜਾ ਮੇਰਾ ਪੋਤਰਾ ਸੀ ਨਾ, ਉਹ ਮੋਬਾਈਲ ਲੈ ਕੇ ਆਇਆ ਸੀ ਉਹਦੇ ਕੋਲੋਂ ਤੇ ਉਹਨੇ ਆਖਿਆ ਮੇਰਾ ਮੋਬਾਈਲ ਨਹੀਂ ਆਇਆ। ਉਹ ਮੋਬਾਈਲ ਲੈਣ ਆਇਆ ਤੇ ਵੇਖਿਆ ਤੇ ਕਤਲ ਹੋਇਆ ਪਿਆ। ਅੱਛਾ, ਉਹਨੇ ਥਾਣੇ ਰਿਪੋਰਟ ਕੀਤੀ ਸੀ। ਉਹਨੇ ਥਾਣੇ ਫੋਨ ਕੀਤਾ, ਫਿਰ ਪੁਲਿਸ ਗਈ ਹੈ, ਪੁਲਿਸ ਨੇ ਫਿਰ ਸਾਨੂੰ ਬੁਲਾਇਆ ਤੇ ਫਿਰ ਅਸੀਂ ਢੂੰਢਦੀ ਪਿੱਟਦੀ ਮੈਂ ਗਈ ਹਾਂ। ਮੈਨੂੰ ਪੁਲਿਸ ਵਾਲਿਆਂ ਨੇ ਅੰਦਰ ਨਹੀਂ ਵੜਨ ਦਿੱਤਾ। ਉਹਨੇ ਆਹ ਮਾਂ ਜੈਸੀ ਲਾਸ਼ ਹੈ ਨਾ, ਮਾਂ ਮਰ ਜਾਏਗੀ।
ਮੈਂ ਬਾਹਰ ਰੋਂਦੀ ਫਿਰਦੀ ਰਹੀ ਹਾਂ ਤੇ ਪੁਲਿਸ ਵਾਲੇ ਜਿਹੜੇ ਤਹਿਕੀਕ ਕਰਦੇ ਪਏ ਸੀਗੇ ਸੀਆਈਡੀ ਵਾਲੇ ਵੀ ਕਰਦੇ ਪਏ ਸੀਗੇ। ਠੀਕ ਹੈ। ਉਹਨਾਂ ਨੇ ਸੀਆਈਡੀ ਵਾਲਿਆਂ ਨੇ ਅੰਦਰ ਨਹੀਂ ਕਿਸੇ ਨੂੰ ਵੜਨ ਦਿੱਤਾ। ਜਦੋਂ ਸਾਰਾ ਕੁਝ ਹੋ ਗਿਆ ਤੇ ਪਾ ਕੇ ਉਹਨਾਂ ਨੇ ਪਿਕਅਪ ਦੇ ਵਿੱਚ ਲੈ ਗਏ ਨੇ ਨਾ ਪੋਸਟ ਮਾਰਨ ਵਾਸਤੇ, ਤੇ ਉਦੋਂ ਪੁਲਿਸ ਨੇ ਆਖਿਆ ਕਿ ਹੁਣ ਜਾ ਕੇ ਤੇ ਤੁਸੀਂ ਆਪਦੀ ਜਗ੍ਹਾ ਜੁਗਾ ਧੋ ਦਿਓ। ਅੱਛਾ। ਉਹਨਾਂ ਨੇ ਤਾਂ ਇਹ ਵੇਖਿਆ ਸੀ ਕਲੀਨ ਚ ਵਲੇਟਿਆ ਪਿਆ ਸੀਗਾ, ਮਾਰ ਕੇ ਕਲੀਨ ਚ ਵਲੇਟ ਦਿੱਤਾ ਕਿ ਇਹਨੂੰ ਨਹਿਰ ਦੇ ਵਿੱਚ ਸੁੱਟ ਦੇਣਾ ਤੇ ਇਹ ਪੁੱਛਣਗੇ ਤੇ ਆਖਾਂਗੇ ਪਤਾ ਨਹੀਂ ਬਾਹਰ ਗਿਆ ਸੀ, ਸਾਨੂੰ ਨਹੀਂ ਪਤਾ। ਅੱਛਾ ਮਾਂ ਜੀ, ਤੁਹਾਡੇ ਬੇਟੇ ਦੀ ਕਿੰਨੀ ਉਮਰ ਸੀ? ਸਲੀਮ ਨਾਮ ਸੀ ਉਹਦਾ, ਤੇ ਕਿੰਨੀ ਉਹਦੀ ਉਮਰ ਸੀ? ਤੇ ਸ਼ਾਦੀ ਤੁਸੀਂ ਆਪ ਕੀਤੀ ਸੀ ਉਹਦੀ? ਨਹੀਂ, ਸ਼ਾਦੀ ਉਹਨੇ ਆਪਣੀ ਪਸੰਦ ਦੀ ਕੀਤੀ ਸੀ। ਅੱਛਾ, ਸ਼ਾਦੀ ਪਸੰਦ ਦੀ ਸੀ। ਹਾਂ। ਤੇ ਪਸੰਦ ਦੀ ਸ਼ਾਦੀ ਦੀ ਵਜ੍ਹਾ ਤੋਂ ਫਿਰ ਵੀ ਬੀਵੀ ਨੇ ਮਾਰਤਾ। ਉਹਨੇ ਵੀ ਪਸੰਦ ਦੀ ਸ਼ਾਦੀ ਕੀਤੀ ਹੋਣੀ ਯਕੀਨਨ। ਹਾਂ, ਉਹਨੇ ਵੀ ਦੋਨਾਂ ਦੀ ਪਸੰਦ ਦੀ ਸ਼ਾਦੀ ਸੀ। ਹਾਂਜੀ। ਅੱਛਾ ਮਾਂ ਜੀ, ਜਿਹੜਾ ਤੁਹਾਡਾ ਬੇਟਾ ਸੀ ਉਹਨੇ ਕਦੀ ਤੁਹਾਡੇ ਨਾਲ ਜ਼ਿਕਰ ਕੀਤਾ ਕਿ ਉਹਦੀ ਬੀਵੀ ਦੇ ਨਾਲ ਨਾਚਾਕੀਏ? ਪਤਾ ਚੱਲਿਆ ਕਿ ਉਹ ਆਪਣੀ ਬੀਵੀ ਨੂੰ ਵੀ ਸ਼ਾਇਦ ਮਾਰਦਾ ਪਿੱਟਦਾ ਸੀ। ਕੋਈ ਇਸ ਤਰ੍ਹਾਂ ਦੀ ਗੱਲ ਤੁਹਾਡੇ ਨਾਲ ਉਹਨੇ ਕਦੀ ਡਿਸਕਸ ਕੀਤੀ, ਸ਼ੇਅਰ ਕੀਤੀ? ਨਹੀਂ, ਉਹ ਲੜਦੇ ਜ਼ਰੂਰ ਸੀ ਦੋਵੇਂ ਮੀਆਂ ਬੀਵੀ। ਅੱਛਾ, ਕਿਸ ਗੱਲ ਤੋਂ ਲੜਦੇ ਸੀ? ਲੜਾਈ ਇਹਨੇ ਇਹੋ ਹੀ ਹੈ ਕਿ ਮੇਰੇ ਕੋਲ ਇਹ ਕੰਮ ਨਹੀਂ ਹੁੰਦਾ, ਮੈਂ ਕੀ ਕਰਾਂ, ਮੈਂ ਥੱਕ ਜਾਨੀ ਆ, ਤੂੰ ਬੱਚਿਆਂ ਨੂੰ ਨਹੀਂ ਸਮਝਣ ਦਿੰਦਾ। ਉਹ ਬੱਚਿਆਂ ਦਾ ਵੀ ਕੰਮ ਆਪ ਕਰਦਾ ਸੀ। ਰਾਤ ਨੂੰ ਉਹਨੇ ਹੁਣ ਦੋ ਮੀਆਂ ਬੀਵੀ ਐ, ਸਾਥ ਚੱਲਦੇ ਨੇ। ਚਣੇ ਲਿਆਂਦੇ ਨੇ, ਉਹਨੇ ਭਿਉਣੇ ਨੇ, ਉਹ ਭਿਉ ਕੇ ਉਹਨੇ ਉਬਾਲਣੇ ਨੇ, ਪਕਾਣੇ ਨੇ, ਫਿਰ ਉਹਨੇ ਦੁਕਾਨ ਲਾਣੀ, ਫਿਰ ਦੁਕਾਨ ਤੋਂ ਆਣਾ, ਫਿਰ ਉਹਨੇ ਘਰ ਸੌਦਾ ਪਤਾ ਲੈ ਕੇ ਆਣਾ। ਉਹ ਫਿਰ ਇਹ ਕਿਸ ਗੱਲ ਦਾ ਸੀ ਰੌਲਾ? ਇਸ ਗੱਲ ਤੋਂ ਲੜਾਈ ਹੁੰਦੀ ਸੀ? ਹਾਂਜੀ। ਅੱਛਾ। ਫਿਰ ਉਹਦਾ ਪੁੱਤਰ ਜਿਹਨੇ ਮਾਰਿਆ ਨਾ, ਉਹ ਪੁੱਤਰ ਨਸ਼ਾ ਕਰਨ ਲੱਗ ਪਿਆ ਸੀ। ਅੱਛਾ। ਪੁੱਤਰ ਨਸ਼ਾ ਕਰਨ ਲੱਗ ਪਿਆ ਤੇ ਨਸ਼ੇ ਤੋਂ ਉਹਨੇ ਰੋਕਿਆ। ਉਹਨੇ ਆਖਿਆ ਕਿ ਬੇਟਾ ਨਸ਼ਾ ਮੈਂ ਬਗਾਨੀ ਧੀ ਲਿਆਣੀ ਹੈ ਤੇ ਮੈਂ ਤੇਰੇ ਨਸ਼ਈ ਦੇ ਪੱਲੇ ਪਾਣੀ ਹੈ। ਅੱਛਾ। ਉਹਨੇ ਆਖਿਆ ਇਹ ਨਸ਼ਾ ਨਹੀਂ ਕਰਨਾ। ਉਹਨੇ ਸਿਗਰਟ ਪੀਂਦਾ ਵੇਖਿਆ ਉਹਨੂੰ ਨਸ਼ੇ ਦਾ। ਅੱਛਾ। ਉਹਨੇ ਉਹਨੂੰ ਮਾਰਿਆ ਤੇ ਮਾਂ ਨੇ ਆਖਿਆ ਆਪਾਂ ਇਹਦਾ ਫੈਸਟਾ ਹੀ ਨਿਬੇੜ ਦੀ। ਅੱਛਾ। ਤੇ ਬੇਟੀ ਨੂੰ ਕੀ ਗੁੱਸਾ ਸੀ? ਬੇਟੀ ਵੀ ਉਹਦੀ ਨਾਲ ਸ਼ਾਮਿਲ ਸੀ? ਬੇਟੀ ਵੀ ਕਿਸੇ ਨਾਲ ਉਹਦੀ ਲੱਗੀ ਸੀ। ਅੱਛਾ, ਕਿਤੇ ਸ਼ਾਦੀ ਕਰਨਾ ਚਾਹੁੰਦੀ ਸੀ ਆਪਣੀ ਮਰਜ਼ੀ ਨਾਲ? ਮਰਜ਼ੀ ਨਾਲ। ਤੇ ਬੇਟਾ ਤੁਹਾਡਾ ਮਨਾ ਕਰਦਾ ਸੀ? ਹਾਂ। ਨਹੀਂ, ਉਹ ਇਹ ਨਹੀਂ ਮੈਨੂੰ ਦੱਸਿਆ। ਇਹ ਤਾਂ ਉਦੋਂ ਹੁਣ ਪਤਾ ਲੱਗਾ ਕਿ ਉਸ ਕੁੜੀ ਦੀ ਇਹ ਵੀ ਆਉਣਾ ਜਦੋਂ ਪੁਲਿਸ ਵਾਲਿਆਂ ਦੇ ਅੱਗੇ ਬਿਆਨ ਕੀਤੇ ਨੇ ਤੇ ਉਹਨੇ ਆਖਿਆ ਇਹਨੇ ਆਪਦੇ ਯਾਰ ਤੋਂ ਗੋਲੀਆਂ ਲਿਆ ਕੇ ਦਿੱਤੀਆਂ। ਸਾਨੂੰ ਨਹੀਂ ਪਤਾ ਕਿ ਉਸ ਕੁੜੀ ਦੀ ਕਿਸੇ ਨਾਲ ਲੱਗੀ ਹੈ ਜਾਂ ਨਹੀਂ ਲੱਗੀ ਨਾ। ਸਾਨੂੰ ਤੇ ਇਹ ਕਿ ਵਿਆਹ ਕਰਨਾ, ਅਮੀ ਮੈਂ ਇਹਨਾਂ ਦੋ ਕੁੜੀਆਂ ਦਾ ਵਿਆਹ ਕਰ ਦੇਣਾ, ਮੁੰਡੇ ਦਾ ਵੀ ਵਿਆਹ ਕਰ ਦੇਣਾ, ਮੈਂ ਫਾਰਗ ਹੋ ਜਾਣਾ, ਮੈਂ ਇੱਥੇ ਆਣ ਕੇ ਤੇ ਨਾਨਚਣੇ ਲਾ ਲੈਣੇ ਨੇ ਤੇ ਨਾਲ ਮੈਂ ਇੱਥੇ ਰਹੀ ਜਾਣਾ। ਅੱਛਾ। ਮਾਂ ਜੀ ਤੁਹਾਨੂੰ ਖਰਚਾ ਵਗੈਰਾ ਦਿੰਦਾ ਸੀ ਮਰਨ ਵਾਲਾ? ਹਾਂ, ਮੈਨੂੰ ਕਿਸੇ ਵੇਲੇ ਜਾਂਦਾ ਸੀ। ਇਹੋ ਹੀ ਤਾਂ ਰੌਲਾ ਸੀ। ਜੇ ਮੈਨੂੰ 500 ਰੁਪਈਆ ਮਹੀਨੇ ਬਾਅਦ ਦੇ ਆਂਦਾ ਸੀ ਨਾ ਤੇ ਉਹ ਆਂਦੀ ਸੀ ਇਹ ਭੈਣਾਂ ਨੂੰ ਦੇ ਆਂਦਾ, ਮਾਂ ਨੂੰ ਦੇ ਆਂਦਾ। ਅੱਛਾ। ਇਸ ਗੱਲ ਦੀ ਲੜਾਈ ਪੈਂਦੀ ਸੀ। ਅੱਛਾ। ਕਿ ਮਾਂ ਨੂੰ ਕਿਉਂ ਦਿੰਦਾ? ਤੇ ਮਾਂ ਜੀ, ਇਹ ਜਿਹੜਾ ਤੁਹਾਡਾ ਬੇਟਾ ਸੀ ਮਰਨ ਵਾਲਾ ਮਕਤੂਲ ਸੀ ਜਿਹੜਾ, ਹਾਂਜੀ, ਇਹਦੀ ਜਦੋਂ ਡੈੱਡ ਬਾਡੀ ਆਈ ਹੈ ਤੇ ਕਿੱਥੇ ਜ਼ਖਮ ਸੀ? ਇਹਨਾਂ ਨੇ ਸੁਣਿਆ ਗਰਦਨ ਕੱਟ ਦਿੱਤੀ। ਆ ਗਰਦਨ ਇੱਥੇ ਜ਼ਖਮ ਸੀ। ਇਹ ਤੋਂ ਖੂਨ ਨਹੀਂ ਸੀ ਬੰਦ ਹੁੰਦਾ। ਜਦੋਂ ਜਲਦੀ ਜਨਾਜ਼ਾ ਲੈ ਗਏ ਕਿ ਉੱਥੋਂ ਆਇਆ ਤੇ ਇੱਥੇ ਮਾਰੇ ਡੰਡੇ ਤੇ ਖੂਨ ਨਹੀਂ ਸੀ ਬੰਦ ਹੁੰਦਾ। ਉਹ ਸ਼ੋਪਰ ਚੜਾਇਆ ਸੀ ਤਾਂ ਸ਼ੋਪਰ ਖੂਨ ਨਾਲ ਭਰਿਆ ਆਇਆ ਸੀ। ਮਾਂ ਜੀ, ਦੁੱਖ ਤੇ ਬੜਾ ਹੋਇਆ। ਦੁੱਖ ਉਹ ਤਾਂ ਮੈਨੂੰ ਤਾਂ ਮਰਨ ਨਹੀਂ ਜਾਣੀ ਹੈ ਕਿ ਮੇਰਾ ਤਾਂ 2 ਵਾਰੀ ਮੈਨੂੰ ਅਟੈਕ ਹੋ ਗਿਆ ਕਿ ਮੈਂ ਪੁੱਤਰ ਨੂੰ ਵੇਖਾਂਗੀ। ਤੇ ਉਹ ਪੁੱਤਰ ਸੀ ਮੇਰਾ, ਕੰਮ ਕਰਦਾ ਹੁੰਦਾ ਸੀ ਮਾਸ਼ਾਅੱਲਾ, ਤੇ ਸਾਰਾ ਕੁਝ ਲਿਆਂਦਾ ਸੀ। ਮੈਂ ਇਹਨੂੰ ਕਰਾਚੀੋਂ ਲੈ ਕੇ ਆਈ ਹਾਂ। ਅੱਗੇ ਵੀ ਇਹ ਲੜ ਕੇ ਗਿਆ ਚਲਾ 7 ਸਾਲਾਂ ਬਾਅਦ ਮੈਂ ਰੁੱਲ ਕੇ ਧੱਕੇ ਖਾ ਕੇ ਇਹਨੂੰ ਕਰਾਚੀੋਂ ਲਿਆਈ ਤੇ ਆਂਦਿਆਂ ਮੇਰੀ ਆਹ ਕਿਸਮਤ ਮੇਰੇ ਨਸੀਬ ਜੜ ਗਈ ਜਿਹਨੇ ਮੇਰਾ ਪੁੱਤਰ ਮਾਰ ਦਿੱਤਾ। ਇਹ ਮੇਰੀ ਕਿਸਮਤ ਹੈ। ਮੈਨੂੰ ਇਹ ਹੀ ਰੋਣਾ ਆਉਂਦਾ ਕਿ ਮੈਨੂੰ ਪਤਾ ਹੁੰਦਾ ਪੁੱਤ ਮੈਂ ਤੈਨੂੰ ਉੱਥੇ ਹੀ ਰਹਿਣ ਦਿੰਦੀ, ਮੈਂ ਜੀਂਦਾ ਤਾਂ ਸੁਣਦੀ, ਮੈਂ ਮਰਿਆ ਤਾਂ ਨਾ ਵੇਂਦੀ। ਮੈਂ ਤੇਰੀ ਲਾਸ਼ ਨੂੰ ਕੀ ਵੇਖਾਂ ਕਿ ਤੇਰੇ ਬੱਚਿਆਂ ਨੂੰ ਕੀ ਵੇਖਾਂ? ਮੈਨੂੰ ਤਾਂ ਮਾਰਤਾ ਇਹਨੇ ਦੂਰਾ। ਪੁੱਤਰ ਵੀ ਗਿਆ, ਪੋਤਰਾ ਵੀ ਗਿਆ, ਪੋਤਰੀ ਵੀ ਗਈ, ਮੈਂ ਕਿਹੜੇ ਜੋਗੀ ਰਹੀ? ਮੇਰਾ ਤਾਂ ਘਰ ਦਾ ਕਰਤਾ ਇਸ ਰੰਨ ਨੇ। ਮੇਰਾ ਤਾਂ ਘਰ ਦਾ ਜਿੰਦਰਾ ਲਾਤਾ। ਨਹੀਂ ਹੁੰਦਾ ਸੀਗਾ ਤੇ ਛੱਡ ਜਾਂਦੀ ਕਿ ਮੇਰਾ ਤੇਰਾ ਗੁਜ਼ਾਰਾ ਨਹੀਂ ਹੈਗਾ। ਮੇਰੇ ਘਰ ਦਾ ਜਿੰਦਰਾ ਤਾਂ ਨਾ ਮਾਰਦੀ, ਮੇਰਾ ਪੋਤਰਾ ਤਾਂ ਨਾ ਧੱਕੇ ਖਾਂਦਾ, ਮੇਰੀ ਪੋਤਰੀ ਤਾਂ ਨਾ
ਦਿਲ ਚ ਰੁਲਦੀ। ਮਾਂ ਜੀ ਜਦੋਂ ਗ੍ਰਿਫਤਾਰ ਹੋਏ ਨੇ ਤਿੰਨੋਂ, ਤੁਸੀਂ ਮਿਲੇ ਹੋ ਇਹਨਾਂ ਨੂੰ, ਪੁੱਛਿਆ ਤੁਸੀਂ? ਮੇਰੀ ਪੋਤਰੀ ਨੇ ਇਹ ਤਾਂ ਉਦੋਂ ਹੀ ਆ ਗਈ ਨਾ, ਮੇਰੀ ਤਾਂ ਇਹਦੀ ਗੱਲ ਹੀ ਨਹੀਂ ਹੋਈ, ਪੁਲਿਸ ਵਾਲਿਆਂ ਨੇ ਗੱਲ ਹੀ ਨਹੀਂ ਹੋਣ ਦਿੱਤੀ ਗੀ। ਮੈਂ ਤਾਂ ਬਸ ਰੋਂਦੀ ਪਿੱਟਦੀ ਆਈ ਆ। ਮੈਂ ਕਿਹਾ ਦੁਸ਼ਮਣੇ ਲੈ ਲਿਆਈ ਮੇਰੇ ਪੁੱਤ ਨੂੰ, ਇੰਨੀ ਗੱਲ ਹੀ ਆ। ਤੇ ਉਹ ਆਸੇ ਫਿਰ ਗੱਡੀ 'ਚ ਬਹਿ ਗਈ ਹੈ, ਗੱਡੀ 'ਚ ਬੈਠੀ ਉਧਰ ਨੂੰ ਆਪਦਾ ਫਿਰ ਆਏ ਨੇ। ਇੱਥੇ ਆਈ ਹੈ, ਮੇਰੇ ਕੋਲ ਮਾਫੀ ਮੰਗਦੀ ਪਈ ਸੀਗੀ ਜਦੋਂ ਮੈਂ ਬਿਆਨ ਲਿਖਾਣ ਆਈ ਹਾਂ। ਅੱਛਾ। ਉਦੋਂ ਮੇਰੇ ਪੈਰਾਂ 'ਚ ਡਿੱਗੀ। ਮੈਂ ਕਿਹਾ ਮੇਰਾ ਪੁੱਤ ਮਾਰਤਾ ਹੀ, ਮੈਂ ਹੁਣ ਤੈਨੂੰ ਕੀ ਕਰਾਂ, ਮੇਰਾ ਪੁੱਤਰ ਲਿਆ ਦੇ, ਤੇਰੀ ਮੇਰੀ ਸੁਲਾ। ਤੁਸੀਂ ਆਪਣਾ ਨਾਮ ਦੱਸੋ ਜੀ, ਤੁਸੀਂ ਮੁੱਦਈ ਹੋ? ਹਾਂਜੀ, ਮੇਰਾ ਨਾਮ ਮੁਹੰਮਦ ਨਦੀਮ ਹੈ। ਮੈਂ ਜਿਹੜਾ ਫੌਤ ਹੋਇਆ ਮਰਿਆ ਉਹਦਾ ਛੋਟਾ ਭਾਈ ਆ। ਤੇ ਇਦੋਂ ਜਿਹੜਾ ਚੌਥੇ ਦਿਨ ਬਾਅਦ ਨਾ ਮੈਂ ਸ਼ਾਮ ਨੂੰ ਮੈਂ ਕਿਤੇ ਗਿਆ ਹਾਂ ਦੋਸਤਾਂ ਨੂੰ ਮਿਲਣ ਵਾਸਤੇ, ਕਿ ਵੀ ਕੰਮ ਵਾਸਤੇ। ਤੇ ਮੈਂ ਘਰ ਆਇਆ ਤੇ ਮੇਰੇ ਆਂਦ ਨੂੰ ਮੇਰੀ ਬੀਵੀ ਉੱਧਰ ਜਾ ਰਹੀ ਸੀ ਤੇ ਮੈਨੂੰ ਪਤਾ ਲੱਗਾ ਕਿ ਵੀ ਆਪਣਾ ਭਰਾ ਮਰ ਗਿਆ। ਮੈਂ ਕਿਹਾ ਕਿਵੇਂ ਹੋ ਗਿਆ? ਉਹ ਮੇਰੇ ਛੋਟੇ ਬੱਚੇ ਰੇ ਨਾ, ਉਹਨੇ ਕਿਹਾ ਕਿ ਉੱਥੇ ਚਲੇ। ਫਿਰ ਜੋ ਉੱਥੇ ਗਏ ਨਾ ਤੇ ਉਹਨੇ ਦੱਸਿਆ ਵੀ ਇਹ ਕਤਲ ਹੋਇਆ। ਅੱਛਾ। ਤੇ ਮੈਨੂੰ ਇਹ ਪਤਾ ਲੱਗਾ ਕਿ ਵੀ ਉਹ ਬੱਚਾ ਜਿਹੜਾ ਹੈਗਾ ਨਾ ਉਹ ਮਾਰ ਕੇ ਤੇ ਨੱਸ ਗਿਆ। ਤੇ ਦੋਵੇਂ ਮਾਂ ਪੁੱਤ ਇਹ ਨੱਸ ਗਿਆ। ਤੇ ਜਿਹੜੀ ਵਾਲਦਾ ਸੀ ਇੱਥੇ ਸੀ ਤੇ ਸਿਰਫ ਕੱਲਾ ਮੁੰਡੇ ਤੇ ਗੱਲ ਕਰ ਰਹੇ ਸੀ। ਤੇ ਉਹ ਜਿਹੜੀ ਇੱਕ ਦੂਸਰੀ ਬੱਚੀ ਨਾਲ ਹੈਗੀ ਹੈ ਨਾ, ਉਹਨੇ ਗੱਲ ਕੀਤੀ ਕਿ ਇਹ ਚਾਚੂ ਭਾਈ ਕੱਲਾ ਨਹੀਂ ਹੈਗਾ, ਨਾਲ ਮਾਮਾ ਵੀ ਹੈ। ਅੱਛਾ। ਤੇ ਉਹਨੇ ਮਾਮਾ ਦਾ ਨਾਂ ਲਿਆ ਤੇ ਅਸੀਂ ਉਸ ਵੇਲੇ ਕਿਹਾ ਵੀ ਇਹਨਾਂ ਨੂੰ। ਫਿਰ ਸਾਨੂੰ ਮਹੱਲੇ 'ਚ ਇੱਕ ਬੰਦੇ ਨੇ ਕਿਹਾ, ਉਹ ਜਿਹੜਾ ਮੇਰੇ ਭਾਈ ਜਿਹੜਾ ਮੇਰਾ ਉਹਨਾਂ ਕੋਲ ਨਾਂ ਲੈਂਦਾ ਸੀ, ਤੰਦੂਰ ਵਾਲਾ ਸੀ, ਉਹਦੇ ਕੋਲ ਕਿਹਾ। ਉਹਨੇ ਕਿਹਾ ਬਾਈ ਇਹ ਹੋਣ ਦਾ ਵਾਕਿਆ ਨਹੀਂ, ਇਹ ਰਾਤ ਦੇ 11-12 ਵਜੇ ਹੋਏ ਨੇ, 3-4 ਵਜੇ ਦਾ ਵਾਕਿਆ ਹੈਗਾ। ਤੇ ਤੁਸੀਂ ਮਦਈ ਬਣੋ ਤੇ ਰਿਪੋਰਟ ਲਿਖਾਓ। ਤੇ ਅਸੀਂ ਉਸ ਵੇਲੇ ਮੈਂ ਰਿਪੋਰਟ ਲਿਖਾਈ। ਉਹ ਬੱਚੀ ਨੇ ਆਵਾਜ਼ ਦਿੱਤੀ ਤੇ ਬੱਚੀ ਦੇ ਮਾਂ ਮੂੰਹ ਤੇ ਹੱਥ ਫੇਰਿਆ ਕਿ ਮੈਂ ਤੈਨੂੰ ਨਾਲ ਲੈ ਕੇ ਜਾਵਾਂਗੀ। ਉਸ ਤੋਂ ਬਾਅਦ ਉਹਨੇ ਨਾਲ ਬੱਚੀ ਨੂੰ ਇਹ ਇੱਥੇ ਆਈ ਏ, ਆ ਕੇ ਉਹਨੇ ਕਿਹਾ ਜੀ ਇਹ ਵੀ ਨਾਲ ਹੈਗੀ ਸੀ, ਇਹਨੇ ਛੁਰੀ ਫੇਰੀ ਏ, ਇਹਨੇ ਇੰਜ ਕੀਤਾ। ਤੇ ਸਾਨੂੰ ਇਸ ਚੀਜ਼ ਦਾ ਪਤਾ ਨਹੀਂ ਸੀ, ਅਸੀਂ ਇਸ ਗੱਲ ਦੇ ਵਿੱਚ ਰਹੇ ਹਾਂ। ਉਲਟਾ ਸਾਡੇ ਤੇ ਇਲਜ਼ਾਮ ਲਾਤਾ ਜੀ ਉਹ ਵਿੱਚ ਮੇਰਾ ਗੱਲਾ ਪਿਆ ਆਇਆ ਸੀ, ਉਹਦੇ 2 ਲੱਖ ਰੁਪਇਆ ਪਿਆ ਆਇਆ ਸੀ, ਤਾਂ ਕਿ ਹਾਲੀ ਕਿ ਅਸੀਂ ਦੋਵੇਂ, ਮੈਂ ਔਰ ਮੇਰਾ ਬੇਟਾ ਔਰ ਬੱਚੀ ਔਰ ਉਹਦੀ ਉਹ ਜਿਹੜੀ ਹੈਗੀ ਮੇਰੀ ਭਰਜਾਈ, ਅਸੀਂ ਇੱਥੇ ਆ ਕੇ 2 ਘੰਟੇ ਪੂਰਾ ਰਿਪੋਰਟ ਲਿਖਾਉਣ ਤੇ ਲੱਗੇ ਆ। ਰਿਪੋਰਟ ਲਿਖਾ ਕੇ ਗਏ ਆ। ਸਾਡੇ ਜਾਂਦੇ ਨੂੰ ਘਰ ਤਾਲਾ ਲੱਗਾ ਆਇਆ ਸੀ। ਫਿਰ ਅਸੀਂ ਇੱਥੇ ਜਿੱਥੇ ਉਹ ਜਾਂਦੇ ਸਨ ਮਾਮ ਬਾਰਗਾ ਦੇ ਵਿੱਚ, ਉੱਥੇ ਜਾ ਕੇ ਸਫਾਈ ਕਰਦੇ। ਉੱਥੇ ਸਾਨੂੰ ਇੱਕ ਬੰਦੇ ਨੇ, ਉਹਨਾਂ ਨੇ ਦੱਸਿਆ, ਉਹਨੇ ਕਿਹਾ ਉਹਦੇ ਕੋਲ 7-8 ਲੱਖ 10 ਰੁਪਇਆ ਹੈਗਾ ਸੀ। ਇੱਥੇ ਸਾਡੇ ਕੋਲ ਜ਼ਮੀਨ ਦੇ ਸਾਨੂੰ ਜਗ੍ਹਾ ਦੇ ਪੈਸੇ ਦੇ ਰਿਹਾ ਸੀ ਬਿਆਨਾ। ਤੇ ਉਹ ਪੈਸੇ ਉਹਦੇ ਕੋਲ ਸੀ ਤੇ ਉਹ ਪੈਸੇ ਲੈ ਕੇ ਉਹਨੇ ਆਪਦੀ ਬੀਵੀ ਨੂੰ ਫੜਾਇਆ ਸੀ ਤੇ ਵੀ ਆ ਤੂੰ ਇਹਨੂੰ ਸੰਭਾਲ। ਉਹ ਪੈਸੇ ਲੈ ਕੇ ਇੱਧਰ ਨੂੰ ਆ ਗਏ ਨੇ। ਬਾਅਦ 'ਚ ਅਸੀਂ ਉੱਥੇ ਵੇਖਿਆ, ਅਸੀਂ ਪੂਰਾ ਘਰ ਫਰੋਲਿਆ, ਸਾਨੂੰ ਨਾ ਕੋਈ ਪੈਸਾ ਮਿਲਿਆ, ਨਾ ਕੋਈ ਗੱਲ ਮਿਲੀ, ਨਾ ਕੋਈ ਚੀਜ਼ ਮਿਲੀ ਹੈ। ਔਰ ਮਾਰਨ ਤੋਂ ਬਾਅਦ ਇਹ ਦੋਵੇਂ ਮਾਂ ਪੁੱਤਰ 4 ਘੰਟੇ ਗਾਇਬ ਰਹੇ ਨੇ। ਅੱਛਾ। ਇਹ ਮਾਰਨ ਉਹ ਪੈਸੇ ਜਿਹੜੇ ਨੇ ਉਹ ਕਿਹਦੇ ਕੋਲ ਨੇ? ਉਹ ਫਿਰ ਨਾ ਸਾਨੂੰ ਇਸੇ ਤਰ੍ਹਾਂ ਨਾ, ਉਹ ਸਾਨੂੰ ਉੱਥੋਂ ਦੇ ਜੀਆਂ ਨੇ ਵੀ ਕਿਹਾ, ਬੰਦਿਆਂ ਨੇ ਕਿਹਾ ਕਿ ਵੀ ਜਦੋਂ ਇਹ ਮਾਂ ਪੁੱਤਰ ਮਾਰ ਕੇ ਮੋਟਰਸਾਈਕਲ ਲੈ ਕੇ ਬਾਹਰ ਨੂੰ ਗਏ ਨੇ, ਉਸ ਵੇਲੇ ਔਰਤ ਦੇ ਹੱਥ 'ਚ ਛਾਪਰ ਅਸੀਂ ਵੇਖਿਆ। ਅਸੀਂ ਸਾਰੀ ਗੱਲਬਾਤ ਵੇਖੀਏ। ਸਾਨੂੰ ਮਹੱਲੇ ਵਾਲਿਆਂ ਨੇ ਜ਼ਿਆਦਾਤਰ ਕਿਹਾ ਕਿ ਵੀ ਤੁਸੀਂ, ਤੁਹਾਡਾ ਭਰਾ ਬਹੁਤ ਅੱਛਾ ਬੰਦਾ ਸੀ, ਤੁਹਾਡਾ ਭਰਾ ਬਹੁਤ ਅੱਛਾ ਬੰਦਾ ਸੀ, ਇਹ ਔਰਤ ਠੀਕ ਨਹੀਂ ਹੈਗੀ ਸੀ, ਇਹਦੀ ਰਿਲੇਸ਼ਨ ਕਿਸੇ ਨਾ ਕਿਸੇ ਪਾਸੇ ਕੋਈ ਰਿਲੇਸ਼ਨ ਚੱਲਦੀ ਪਈ ਸੀ, ਕੋਈ ਬਾਤ ਚੱਲਦੀ ਪਈ ਸੀ। ਫਿਰ ਉਸ ਤੋਂ ਬਾਅਦ ਮੈਂ ਆਪਦੀ ਭਰਾ ਦੀ ਦੁਕਾਨ ਦਾ ਸਮਾਨ ਲੈਣ ਗਿਆ ਵਾਂ। ਉੱਥੇ ਪ੍ਰਾਪਰਟੀ ਡੀਲਰ ਉਹਨਾਂ ਕੋਲ ਲਾਈਟ ਲਈ ਹੋਈ ਸੀ, ਉਹਨਾਂ ਨੇ ਵੀ ਕਿਹਾ, ਉਹਨੇ ਕਿਹਾ ਜੀ ਬਹੁਤ ਅੱਛਾ ਬੰਦਾ ਹੈ। ਕੁਝ ਦਿਨ ਪਹਿਲੇ ਮੈਂ ਵੇਖਿਆ ਕਿ ਇਹ ਬੁੜੀ ਤੇ ਇਹਦੇ ਨਾਲ ਬੱਚੀ ਨਾਲ ਇੱਕ ਹੋਰ ਬੰਦਾ ਸੀ, ਇਹ ਬਹਿਸ ਕਰ ਰਹੇ ਸੀ ਕਿ ਵੀ ਸ਼ਾਦੀ ਹੋ ਰਹੀ ਹੈ, ਸ਼ਾਦੀ ਹੋ ਰਹੀ ਹੈ, ਇਹ ਸ਼ਾਦੀ ਨਹੀਂ ਹੋਣ ਦੇਣੀ ਚਾਹੀਦੀ, ਐ ਨਹੀਂ ਹੋਣਾ ਚਾਹੀਦਾ। ਸਾਨੂੰ ਬਾਤ ਕਰਦਾ ਹੁੰਦਾ ਸੀ, ਕਹਿੰਦਾ ਹੁੰਦਾ ਸੀ ਕਿ ਯਾਰ ਮੈਂ ਨਾ, ਮੇਰਾ ਜਿਸ ਦਿਨ ਵੀ ਮੈਂ ਮਰਿਆ ਨਾ, ਐਸ ਔਰਤ ਨੇ ਮੈਨੂੰ ਮਰਵਾਉਣਾ। ਅੱਛਾ। ਆਪਣੀ ਬੀਵੀ ਦੇ ਬਾਰੇ ਕਹਿੰਦਾ ਹੁੰਦਾ ਸੀ। ਅਸੀਂ ਕਹਿੰਦੇ ਹੁੰਦੇ ਹਾਂ ਕਿ ਯਾਰ ਉਹ ਤੇਰੀ ਬੀਵੀ ਅੱਛੀ ਏ, ਤੇਰੇ ਨਾਲ ਸਾਡੇ ਸਾਹਮਣੇ ਤੇ ਉਹ ਤੇਰੇ ਨਾਲ ਬੋਲਦੀ ਵੀ ਨਹੀਂ, ਕੋਈ ਗੱਲ ਨਹੀਂ ਕਰਦੀ, ਤੈਨੂੰ ਇਹਨੇ ਕਿਵੇਂ ਮਰਵਾਉਣਾ? ਉਹ ਕਹਿੰਦਾ ਹੁੰਦਾ ਸੀ ਤੁਹਾਨੂੰ ਨਹੀਂ ਪਤਾ ਹੈਗਾ, ਇਹ ਮੂੰਹ ਤੇ ਖੁਸ਼ੀ ਜੇ, ਇਹ ਪਿੱਛੋਂ ਖੁਸ਼ ਹੈਗੀ ਏ। ਮੈਂ ਤੁਹਾਨੂੰ ਬਾਰ-ਬਾਰ ਇਹੋ ਕਹਿਣਾ, ਮੈਨੂੰ ਜਦੋਂ ਵੀ ਮਰਵਾਇਆ ਨਾ, ਇਸ ਔਰਤ ਨੇ ਮਰਵਾਉਣਾ ਤੇ ਮੇਰੇ ਬੱਚਿਆਂ ਦੇ ਹੱਥੋਂ ਮਰਵਾਉਣਾ। ਤੇ ਇਹ ਮੇਰਾ ਮੁੰਡਾ ਜਿਹੜਾ ਨਾ, ਮੇਰੀ ਬੀਵੀ ਉਹਨੂੰ ਚੁੱਕਦੀ ਏ, ਇਹ ਗੱਲ ਪਵਾ ਦਿੰਦੀ ਏ, ਮੇਰੇ ਨਾਲ ਇਹ ਬਦਤਮੀਜ਼ੀ ਕਰਵਾ ਦਿੰਦੀ ਏ। ਅਸੀਂ ਕਹਿੰਦੇ ਹਾਂ ਯਾਰ ਤੇਰਾ ਘਰ ਵਸਦਾ ਪਿਆ, ਤੂੰ ਹੁਣ ਬੱਚਿਆਂ ਦਾ ਵਿਆਹ ਵੀ ਕਰ ਕੁਰ ਕੇ ਵਿੱਚੋਂ ਫਾਰਗ ਹੋ ਤੇ ਤੂੰ ਆਪਦਾ ਜ਼ਿੰਦਗੀ ਗੁਜ਼ਾਰ ਜਿਵੇਂ ਵੀ ਤੇਰੀ ਹੈਗੀ, ਤੂੰ ਇਹਨਾਂ ਨੂੰ ਛੱਡ ਕਿ ਵੀ ਸਾਨੂੰ ਮਾਂ ਜੀ ਕਹਿੰਦੇ ਪਏ ਨੇ ਕਿ ਵੀ ਤੇਰੇ ਭਰਾ ਨੇ ਨਾ ਤੁਹਾਨੂੰ ਵਿਆਹ ਦਾ ਕਹਿਣ ਆਉਣਾ। ਤੇ ਮੈਂ ਕਿਹਾ ਅੱਛਾ, ਮੈਂ ਇੰਤਜ਼ਾਰ ਕਰਨਾ ਪਿਆ ਕਿ ਮੇਰਾ ਭਰਾ ਆਉਂਦਾ, ਮੈਨੂੰ ਵਿਆਹ ਦਾ ਕਹਿੰਦਾ। ਲੇਕਿਨ ਜਦੋਂ ਮੈਨੂੰ ਮੈਂ ਸੁਣਿਆ ਕਿ ਮੇਰਾ ਭਰਾ ਤੇ ਮਾਰ ਦਿੱਤਾ, ਮੈਂ ਉੱਥੇ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ।
ਅਸੀਂ ਇੱਥੇ ਆ ਰਹੇ ਹਾਂ, ਸਾਨੂੰ ਪੁਲਿਸ ਵਾਲਿਆਂ ਨੇ ਉਹਨੇ ਕਿਹਾ ਇਹ ਗੱਲਾਂ ਮੇਰਾ ਲੈ ਗਿਆ, ਸਾਨੂੰ ਪੁਲਿਸ ਵਾਲੇ ਇਹ ਕਹਿੰਦੇ ਰਹੇ ਉਹ ਗੱਲਾਂ ਕਿੱਥੇ ਹੀ ਏ, ਉਹ ਤੁਸੀਂ ਚੋਰ ਜੇ, ਤੁਸੀਂ ਇੰਝ ਜੇ, ਤੁਸੀਂ ਉਂਝ ਜੇ। ਅਸੀਂ ਤੇ ਘਬਰਾਏ ਬੈਠੇ ਆ, ਉਹ ਤੋਂ ਕਹੀ ਜਾਂਦੇ ਇਹ ਬਾਹਰ ਆ ਗਈ ਤੁਹਾਡੇ ਤੇ ਕੇਸ ਕਰ ਦੇਗੀ, ਤੁਹਾਨੂੰ ਇਹ ਕਰ ਦੇਗੀ। ਅਸੀਂ ਹੋਰ ਘਬਰਾਈ ਜਾਂਦੇ ਕਿ ਵੀ ਉਹ ਕਤਲ ਕਰਕੇ ਬਾਹਰ ਆ ਜਾਏਗੀ। ਸਾਡੀ ਕੋਈ ਸਮਝੋ ਗੱਲ ਬਾਹਰ ਨਹੀਂ ਆ ਹੋਈ ਪਈ ਸੀ। ਅੱਗੇ ਫਿਰ ਕੇਸ ਦੇ ਵਾਸਤੇ ਜਿਵੇਂ ਵੀ ਉਹ ਸਾਨੂੰ ਕਹਿੰਦੇ ਰਹੇ ਅਸੀਂ ਉਵੇਂ ਕਰਕੇ ਬਾਅਦ 'ਚ ਅਸੀਂ ਹੁਣ ਉੱਥੇ ਗਏ ਆ ਅਦਾਲਤ ਦੇ ਵਿੱਚ। ਸਾਡੇ ਵਕੀਲ ਨੂੰ ਅਸੀਂ ਜਾ ਕੇ ਉੱਥੇ ਰਿਪੋਰਟ ਲਈਏ, ਲੈ ਕੇ ਭਾਈ ਉਹ ਕਹਿੰਦੇ ਨੇ ਕਿ ਵੀ ਇਹਦੇ ਜ਼ਮਾਨਤ ਰੱਖੀਏ ਕੁੜੀ ਦੀ ਤੇ ਆਪਣੀ, ਦੋਵੇਂ ਮਾਵਾਂ ਧੀਆਂ ਨੇ ਆਏ ਜ਼ਮਾਨਤ ਰੱਖੀਏ, ਬੱਚੇ ਦੀ ਜ਼ਮਾਨਤ ਨਹੀਂ ਰੱਖੀ ਹੋਈ। ਅਸੀਂ ਤੇ ਇਹ ਸੋਚਨੇ ਪਏ ਹਾਂ ਕਿ ਵੀ ਇਹਦੇ ਮਗਰ ਬੰਦਾ ਕੌਣ ਹੈਗਾ ਜਿਹਨੇ ਜ਼ਮਾਨਤ ਰੱਖ ਦਿੱਤੀ ਹੈ। ਠੀਕ ਹੈ, ਕਿਉਂਕਿ ਪਿੱਛੇ ਇਹਦਾ ਮਾਂ ਹੈ, ਮਾਂ ਵਿਚਾਰੀ ਇਹਦੀ ਮੰਗਦੀ ਹੈ, ਭਰਾ ਹੁੰਦਾ ਇੱਕ ਨਸ਼ਈ ਹੈ, ਉਹ ਮਾਂ ਦੇ ਨਾਲ ਲੜ ਕੇ ਰੋਜ਼ ਪੈਸੇ ਨਸ਼ੇ ਵਾਸਤੇ ਲੈ ਕੇ ਤੇ ਖਾ ਨਸ਼ਾ ਕਰਕੇ ਘਰ ਸੁੱਤਾ ਰਹਿੰਦਾ। ਤੇ ਹੁਣ ਇਹ ਤੁਸੀਂ ਦੱਸੋ ਕਿ ਪਿੱਛੇ ਤੇ ਮਾਂ ਤੇ ਕੋਈ ਆ ਨਹੀਂ ਸਕਦੀ, ਭਰਾ ਵੀ ਨਹੀਂ ਆ ਸਕਦਾ, ਤੇ ਇਹ ਬੰਦੇ ਜ਼ਮਾਨਤ ਕਿਹੜੇ ਬੰਦੇ ਨੇ ਰੱਖ ਦਿੱਤੀ ਸਾਨੂੰ ਇਹ ਸਮਝ ਨਹੀਂ ਆਇਆ। ਜਿਹਨੇ ਜ਼ਮਾਨਤ ਰੱਖੀ ਉਹਦਾ ਫਿਰ ਕੋਈ ਤਲਕ ਹੋਏਗਾ ਜਾਂ ਉਹਦੀ ਵਜ੍ਹਾ ਨਾਲ ਇਹਨੇ ਮਾਰਿਆ ਹੋਏਗਾ ਜਾਂ ਉਹਦੀ ਵਜ੍ਹਾ ਨਾਲ ਕੁਝ ਕੀਤਾ ਹੋਣਾ, ਸਾਨੂੰ ਇਹ ਸਮਝ ਨਹੀਂ ਆ ਰਹੀ। ਅਸੀਂ ਤਾਂ ਮਾੜੇ ਬੰਦੇ ਆ, ਤੇ ਅਗਰ ਜੇ ਮੇਰੀ ਮਾਂ ਭਾਂਡੇ ਤੋਂ ਆਉਂਦੀ ਤੇ ਅਸੀਂ ਵੀ ਸਰ ਮਜ਼ਦੂਰ ਬੰਦੇ ਆ, ਸਾਡੇ ਕੋਲ ਆਪ ਦਾ ਕਿਰਾਏ ਦਾ ਮਕਾਨ ਹੈ, ਅਸੀਂ ਬੜੇ ਔਖੇ ਹੋ ਗਏ ਆਪ ਦਾ ਗੁਜ਼ਾਰਾ ਕਰਨੇ ਪਏ। ਅੱਛਾ ਨਦੀਮ, ਇਹ ਦੱਸ ਕੇ ਪੁਲਿਸ ਨੇ ਤਾਵਨ ਕੀਤਾ ਤੁਹਾਡੇ ਨਾਲ ਜਦੋਂ ਮੁਕੱਦਮਾ ਦਰਜ ਹੋਇਆ, ਫਿਰ ਮੁਲਜ਼ਮਾਨ ਨੂੰ ਫੜਿਆ, ਪੁਲਿਸ ਕੋਲੋਂ ਤੁਹਾਨੂੰ ਕੋਈ ਸ਼ਿਕਾਇਤ ਤੇ ਨਹੀਂ? ਪੁਲਿਸ ਵਾਲਿਆਂ ਨੇ ਸਾਨੂੰ ਜੀ ਸਰ ਜੀ ਇੱਕੋ ਗੱਲ ਹੈਗੀ, ਸਾਨੂੰ ਪੁਲਿਸ ਵਾਲੇ ਸਾਨੂੰ ਡਰਾਉਂਦੇ ਰਹੇ ਨੇ ਕਿ ਵੀ ਤੁਹਾਨੂੰ ਬਾਹਰ ਨਿਕਲ ਕੇ ਤੁਹਾਡੇ ਤੇ ਕੇਸ ਕਰ ਦੇਗੀ। ਤੁਸੀਂ ਹਾਂਜੀ ਤੁਸੀਂ ਜਾ ਕੇ ਸਮਾਨ ਫੜਦੇ ਪਏ ਹੁੰਦਾ ਘਰ। ਸਾਨੂੰ ਉੱਥੇ ਪ੍ਰਾਪਰਟੀ ਡੀਲਰ ਜਿਹੜੇ ਹੈਗੇ ਜਿਹਨੇ ਸਾਡੇ ਭਰਾ ਨੇ ਜਿੰਦੇ ਕੋਈ ਜਗ੍ਹਾ ਲਈ ਸੀ, ਉਹਨੇ ਕਿਹਾ ਸੀ ਕਿ ਵੀ ਤੁਸੀਂ ਇੱਥੇ ਆ ਕੇ ਰਹੋ, ਇੱਥੇ ਕੱਲ ਨੂੰ ਕੋਈ ਕਬਜ਼ਾ ਕਰਕੇ ਬਹਿ ਜਾਏਗਾ ਤੇ ਜਾਂ ਸਮਾਨ ਇੱਥੋਂ ਲੈ ਜਾਵੋ, ਇੱਥੇ ਨਸ਼ਈ ਨੇ ਇੱਥੇ ਚੁੱਕ ਕੇ ਲੈ ਜਾਣਗੇ। ਔਰ ਵਿੱਚੋਂ ਵਾਕਿਆ ਸਮਾਨ ਚਕੀਚਿਆ ਵੀ ਸਾਡਾ। ਅੱਛਾ। ਔਰ ਅਸੀਂ ਉੱਥੋਂ ਸਮਾਨ ਲਿਆਂਦਾ, ਫਿਰ ਉਹ ਦੁਕਾਨ ਦਾ ਦੱਸਿਆ ਇਹਨਾਂ ਨੂੰ, ਕਿਤੇ ਪੁਲਿਸ ਵਾਲਿਆਂ ਨੇ ਦੱਸਿਆ ਵੀ ਮੇਰਾ ਲੱਖ ਰੁਪਏ ਦਾ ਪਤੀਲਾ ਹੈ, ਤੇ ਸਾਨੂੰ ਉਹ ਵੀ ਪੁਲਿਸ ਵਾਲੇ ਕਹਿੰਦੇ ਉਹਦਾ ਤਾਂ ਲੱਖ ਰੁਪਏ ਦਾ ਪਤੀਲਾ। ਸਾਡੇ ਵਕੀਲ ਆਇਆ, ਉਹਨੇ ਆ ਕੇ ਗੱਲ ਕੀਤੀ ਹੈ ਕਿ ਜੀ ਉਹ ਸਮਾਨ ਹੁੰਦਾ, ਉਹਨੇ ਕਿਹਾ ਜੀ ਸਮਾਨ ਹੁੰਦਾ ਨਹੀਂ, ਚਾਬੀ ਫਿਰ ਤੁਹਾਨੂੰ ਦੇ ਦੇਣੇ, ਤੁਸੀਂ ਜਾ ਕੇ ਲੈ ਲਓ। ਨਹੀਂ ਜੀ ਨਹੀਂ। ਅਸੀਂ ਜਦੋਂ ਵੀ ਆ ਰਹੇ ਸਾਨੂੰ ਇਹੀ ਕਹਿੰਦੇ ਰਹੇ ਨੇ ਉਹਨੇ ਬਾਹਰ ਆਣਾ ਤੁਹਾਡੇ ਤੇ ਕੇਸ ਕਰ ਦੇਣਾ, ਉਹਨੇ ਬਾਹਰ ਆਣਾ ਤੁਹਾਡੇ ਤੇ ਕੇਸ ਕਰ ਦੇਣਾ। ਮੈਂ ਅੱਕ ਕੇ ਆਣਾ ਪੁਲਿਸ ਦੇ ਥਾਣੇ ਛੱਡ ਦਿੱਤਾ ਕਿ ਵੀ ਸਾਡੇ ਤੇ ਕੇਸ ਹੀ ਹੋ ਜਾਣਾ। ਅਸੀਂ ਤੇ ਸਾਡਾ ਤੇ ਇੱਕ ਭਰਾ ਮਰ ਗਿਆ, ਇੱਕ ਸਾਡੇ ਨਾਲ ਇਹ ਕੰਮ ਹੋ ਗਿਆ, ਉਤੋਂ ਸਾਡੇ ਤੇ ਕੇਸ ਹੋ ਜਾਣਾ। ਮੈਂ ਆਣਾ ਹੀ ਪੁਲਿਸ ਥਾਣੇ ਛੱਡ ਦਿੱਤਾ ਕਿ ਵੀ ਸਾਨੂੰ ਇਹ ਕਿ ਫਿਰ ਅਸੀਂ ਆਪਦੇ ਵਕੀਲ ਨਾਲ ਗੱਲ ਕੀਤੀ। ਅਸੀਂ ਆ ਕੇ ਵਕੀਲ ਨਾਲ ਗੱਲ ਕੀਤੀ, ਅਸੀਂ ਕਿਹਾ ਭਾਈ ਇਹ ਗੱਲ ਤੇ ਇਹ ਬਾਤ ਹੈ। ਉਹਨਾਂ ਨੇ ਫਿਰ ਆਪ ਉਹਨਾਂ ਨੂੰ ਫੋਨ ਕਰਕੇ ਸਾਰਾ ਕੁਝ ਜਮ੍ਹਾਂ ਕਰਾ ਕੇ ਹਰ ਇੱਕ ਚੀਜ਼ ਕਰਾ ਕੇ ਸਾਡਾ ਕੇਸ ਅੱਜ ਅਸੀਂ ਆਪਦਾ ਦਰਜ ਕਰਾ ਕੇ ਆ ਰਹੇ ਹਾਂ। ਅੱਛਾ। ਅੱਜ ਅਸੀਂ ਕੇਸ ਅੰਗੂਠੇ ਲਾ ਕੇ ਕੇਸ ਮੇਰੇ ਵਕੀਲ ਨੇ ਅੱਗੇ ਜੱਜ ਦੇ ਅੱਗੇ ਪੇਸ਼ ਕੀਤਾ, ਪੇਸ਼ ਕਰਕੇ ਵੀ ਹੁਣ ਅੱਜ ਮੇਰਾ ਮੁਕੱਦਮਾ ਦਰਜ ਹੋ ਗਿਆ। ਪਹਿਲੇ ਵੀ ਸਾਨੂੰ ਇਸੇ ਤਰ੍ਹਾਂ ਹੀ। ਅੱਛਾ ਨਦੀਮ, ਇਹ ਦੱਸ ਕੇ ਤੇਰੀ ਭਾਬੀ ਦਾ ਤੇ ਤੇਰੇ ਭਰਾ ਦਾ ਆਪਸ ਵਿੱਚ ਝਗੜਾ ਕਿਸ ਗੱਲ ਤੇ ਹੁੰਦਾ ਸੀ? ਮਾਰਦਾ ਕਿਉਂ ਸੀ? ਵਜ੍ਹਾ ਕੀ ਸੀ? ਵਜ੍ਹਾ ਇਹ ਸੀ ਕਿ ਨੁਕਸਾਨ ਕਰਨ। ਅੱਛਾ। ਯਾਨੀ ਇੱਕ ਚੀਜ਼ ਹੈ ਉਹਨੂੰ ਦਿੱਤਾ ਸੰਭਾਲ ਕੇ ਰੱਖ, ਉਹ ਸੰਭਾਲਦੀ ਨਹੀਂ। ਹੁਣ ਮੇਰੀ ਭਤੀਜੀ ਦੱਸਦੀ ਪਈ ਹੈ ਕਿ ਜਿਹੜਾ ਨਾ ਗੱਲੇ ਦੇ ਵਿੱਚੋਂ ਪੈਸੇ ਗਾਇਬ ਹੋਣ ਲੱਗ ਗਏ ਸਨ। ਕਿਸੇ ਵੇਲੇ 8,000 ਕਿਸੇ ਵੇਲੇ 10,000 ਇੱਥੋਂ ਤੱਕ 50,000 ਰੁਪਇਆ ਘਰੋਂ ਗਾਇਬ ਹੋਣ ਲੱਗ ਗਿਆ ਸੀ। ਅੱਛਾ। ਉਹ ਭਾਈ ਮੇਰਾ ਗੁੱਸੇ ਹੁੰਦਾ ਸੀ, ਲੜਦਾ ਸੀ ਕਿ ਵੀ ਪੈਸੇ ਕਿੱਧਰ ਜਾਂਦੇ ਨੇ, ਉਹ ਇਸ ਗੱਲ ਤੋਂ ਆ ਕੇ ਮਾਰਦਾ ਸੀ। ਤੇ ਇਹ ਨਹੀਂ ਹੁੰਦਾ ਕਿ ਵੀ ਨਜਾਇਜ਼ ਮਾਰਨਾ, ਕਿਸੇ ਵਜ੍ਹਾ ਤੋਂ ਕਿਸੇ ਗੱਲ ਤੋਂ ਉਹਨੇ ਬੋਲਣਾ, ਗੁੱਸਾ ਚੜਿਆ। ਮੈਂ ਆਪਣੀ ਬੇਟੀ ਨੂੰ ਵੀ ਮਾਰਦਾ ਸੀ? ਬੇਟੀਆਂ ਨੂੰ ਕਿਸੇ ਨੂੰ ਨਹੀਂ ਮਾਰਦਾ। ਅੱਛਾ, ਸਿਰਫ ਬੀਵੀ ਨਾਲ ਉਹਦਾ ਝਗੜਾ? ਬੀਵੀ ਨਾਲ ਹੈਗਾ ਸੀ ਤੇ ਜਾਂ ਬੱਚਾ ਨਸ਼ਾ ਕਰਦਾ ਸੀ, ਉਹਦੇ ਨਾਲ ਝਗੜਾ ਸੀ। ਅੱਛਾ ਨਦੀਮ, ਇਹ ਦੱਸ ਕੇ ਕਤਲ ਕੀਤਾ ਮਕਤੂਲ ਦੇ ਬੇਟੇ ਨੇ, ਤੇਰੇ ਭਤੀਜੇ ਨੇ? ਹਾਂਜੀ। ਔਰ ਭਤੀਜੀ ਵੀ ਉਹਦੇ ਵਿੱਚ ਸ਼ਾਮਲ ਸੀ, ਭਾਬੀ ਵੀ ਤੇਰੀ ਸ਼ਾਮਲ ਸੀ? ਜੀ। ਤੇਰੇ ਭਾਈ ਦੀ ਔਲਾਦ ਹੈ, ਭਰਾ ਦੀ ਔਲਾਦ ਹੈ, ਕਿਸੇ ਜਗ੍ਹਾ ਤੇ ਆ ਕੇ ਮਾਫ ਕਰ ਸਕੇਗਾ? ਮੈਂ ਜਿਹੜਾ ਨਾ, ਮੈਂ ਇੱਕੋ ਗੱਲ ਕਰਨਾ, ਮੈਂ ਆਪਦੀ ਭਰਜਾਈ ਨੂੰ ਤੇ ਚਾਹਣਾ ਕਿ ਇਹਨੂੰ ਮੌਤ ਦੀ ਸਜ਼ਾ ਹੋਵੇ। ਕਿਉਂ? ਗਰਦਨ ਕਿੰਨੇ ਵੱਡੀ ਸੀ? ਗਰਦਨ ਉਹ ਬੱਚਾ ਸੀ ਨਾ ਜਿਹੜਾ ਸਾਡੇ ਕੋਲ, ਉਹਨੇ ਮੋਬਾਈਲ 'ਚ ਬਿਆਨ ਦਿੱਤਾ ਸੀ, ਉਹਨੇ ਕਿਹਾ ਸੀ ਜਿਸ ਵਕਤ ਮੈਂ ਗਿਆ ਮੇਰੀ ਮਾਂ ਨੇ ਨਸ਼ੇ ਦੀ ਗੋਲੀਆਂ ਖਵਾਈਆਂ ਨੇ, ਮੈਂ ਹੋਟਲ ਤੇ ਕੰਮ ਕਰਨਾ ਪਿਆ ਹਾਂ ਤੇ ਮੇਰੇ ਕੋਲ ਗਈ ਹੈ, ਜਾ ਕੇ ਕਿਹਾ ਕਿ ਵੀ ਆਇਓ ਕੰਮ ਤਿਆਰ ਹੈਗਾ। ਮੈਂ ਜੋ ਘਰ ਗਿਆ ਵਾਂ ਤੇ ਮੈਨੂੰ ਉਹਨੇ ਦਿੱਤਾ ਤਕੀਆ, ਕਹਿੰਦੇ ਨਾ ਮੂੰਹ ਨੱਪ, ਤੇ ਮੇਰਾ ਹੱਥ ਕੰਮਣ ਲੱਗ ਗਿਆ। ਮੈਂ ਕਿਹਾ ਮੇਰੇ ਕੋਲ ਨਹੀਂ ਹੁੰਦਾ। ਫਿਰ ਉਹ ਕਹਿੰਦੀ ਕੋਈ ਗੱਲ ਨਹੀਂ, ਮੌਲਾ ਵਾਰਸ ਤੂੰ ਕਰ। ਉਹ ਕਹਿੰਦਾ ਜਿਸ ਵੇਲੇ ਮੈਂ ਤਕੀਆ ਨੱਪਿਆ ਮੈਨੂੰ ਪਾਪਾ ਉੱਠਿਆ, ਮੈਨੂੰ ਉਹਨੇ ਫੜ ਲਿਆ, ਮੇਰੇ ਇੱਥੇ 9 ਵਜਿਆ ਤੇ ਫਿਰ ਮੈਂ ਡੰਡਾ ਫੜਿਆ, ਡੰਡਾ ਮਾਰਿਆ ਸਿਰ 'ਚ। ਅੱਛਾ। ਫਿਰ ਉਹਨੇ ਕਿਹਾ ਅਸੀਂ ਉਹ ਨਾ ਉੱਠਿਆ, ਫਿਰ ਅਸੀਂ ਤਾਰ ਨਾਲ ਗਲਾ ਘੁੱਟਦੇ ਰਹੇ ਹਾਂ। ਤਾਰ ਨਾਲ? ਹਾਂਜੀ, ਉੱਥੇ ਮੋਟਰ ਦੀ ਤਾਰ ਸੀ ਨਾਲ ਹੀ, ਉਹਦੇ ਨਾਲ ਗਲਾ ਘੁੱਟਦੇ ਰਹੇ ਹਾਂ।
ਫਿਰ ਨਹੀਂ ਉਹਨਾਂ ਕੋਲ ਹੋਇਆ ਤੇ ਫਿਰ ਕਹਿੰਦਾ ਮਾਮਾ ਨੇ ਛੁਰੀ ਮੰਗਾਈ ਹੈ, ਛੁਰੀ ਲੈ ਗਿਆ ਤੇ ਉਹ ਮੇਰਾ ਕਿਹਾ ਗਲਾ ਵੱਢ ਦਿੰਦਾ। ਉਹ ਵੱਢਣ ਲੱਗਾ, ਮੇਰੇ ਹੱਥ ਕੰਬ ਗਏ, ਮੇਰੇ ਕੋ ਨਹੀਂ ਵੱਢਿਆ ਗਿਆ। ਕਹਿੰਦਾ ਫਿਰ ਮਾਮਾ ਨੇ ਛੁਰੀ ਤੇਜ਼ ਕਰਕੇ ਆਪ ਗਲਾ ਵੱਢਿਆ। ਅੱਛਾ ਤੇਰਾ ਭਰਾ ਦਾ ਜਿਹੜਾ ਘਰ ਸੀ ਉਹ ਸਲੀਮ ਹਾਂਜੀ। ਜਿਹੜਾ ਸੀ ਭਾਈ ਤੇਰਾ, ਉਹਦੇ ਬੱਚੇ ਤੇ ਹੁਣ ਬੀਵੀ ਵੀ ਜੇਲ੍ਹ ਵਿੱਚ ਨੇ ਜੀ। ਤੇ ਉਹਦਾ ਘਰ ਹੁਣ ਤੁਹਾਡੇ ਕੋਲ ਹੈ, ਤੁਸੀਂ ਉੱਥੇ ਰਹਿ ਰਹੇ ਹੋ? ਉਹਦੀ ਇੱਕ ਬੱਚੀ ਸਾਡੇ ਕੋਲ ਹੈ। ਅੱਛਾ, ਉਹ ਬੱਚੀ ਕਿੱਥੇ ਸੀ ਉਸ ਵਕਤ? ਉਹ ਬੱਚੀ ਵੀ ਉਸ ਵੇਲੇ ਕਹਿ ਰਹੇ ਕਿ ਵੀ ਉਹਨੂੰ ਨਸ਼ੇ ਦੀਆਂ ਗੋਲੀਆਂ ਖਵਾਈਆਂ ਉਹਨੂੰ ਵੀ। ਉਹ ਕਿੰਨੇ ਸਾਲ ਉਹਦੀ ਉਮਰ ਹੈ? ਉਹਦੀ ਉਮਰ ਹੈਗੀ ਹੈ ਤਕਰੀਬਨ 17 15 16 17 ਜਾਂ 18 ਦੇ ਕਰੀਬ ਅੱਛਾ, ਹੈ। ਜਿਹੜੀ ਇਹ ਬੇਟੀ ਨੇ ਗੋਲੀਆਂ ਲਿਆਂਦੀਆਂ ਸਨ, ਉਸ ਤੋਂ ਛੋਟੀ ਬੇਟੀ ਇਹ ਉਸ ਤੋਂ ਛੋਟੀ ਬੇਟੀ ਹੈ। ਅੱਛਾ, ਇਹ ਉਹਦੇ 'ਚ ਸ਼ਾਮਿਲ ਨਹੀਂ ਸੀ? ਇਹ ਜਿਹੜੀ ਬੱਚੀ ਸਾਡੇ ਕੋਲ ਹੈ ਨਾ, ਇਹ ਉਹਨਾਂ ਨੇ ਕਿਹਾ ਆ ਸੂ ਕਿ ਵੀ ਜਿਹੜੀ ਚਾਹ ਦਿੱਤੀ ਨਾ ਅਸੀਂ ਆਪਦੇ ਪਿਓ ਨੂੰ ਨਸ਼ੇ ਵਾਲੀ, ਹਾਂ। ਤੇ ਉਹ ਬੱਚੀ ਨਾਲ ਬੜਾ ਪਿਆਰ ਕਰਦਾ ਸੀ। ਉਹਨੇ ਕਿਤੇ ਦਵਾਈ ਖਾਧੀ ਸੀ, ਉਹਨੇ ਕਿਹਾ ਸੀ ਲੈ ਬੇਟਾ ਸ਼ਾਨੀਆਂ ਕਿ ਅੱਧੀ ਚਾਹ ਮੈਂ ਪੀਤੀ ਅੱਧੀ ਤੂੰ ਪੀ ਲੈ। ਅੱਛਾ, ਤੇ ਉਹ ਅੱਧੀ ਚਾਹ ਜਦੋਂ ਪੀਤੀ ਨਾ ਉਹ ਵੀ ਸੋ ਗਈ। ਉਹ ਵੀ ਨਸ਼ੇ ਦੇ ਵਿੱਚ ਸੀ, ਉਹਨੂੰ ਵੀ ਪਤਾ ਨਹੀਂ ਕੋਈ ਲੱਗਾ। ਅੱਛਾ, ਤੇ ਉਹ ਜੇ ਅਗਰ ਪਤਾ ਹੁੰਦਾ ਤੇ ਸ਼ਾਇਦ ਉਹ ਰੋਲਾ ਪਾ ਕੇ ਬਚਾ ਲੈਂਦੀ। ਹਾਂ। ਤੇ ਉਹ ਇਸੇ ਤਰ੍ਹਾਂ ਹੀ ਹੋਇਆ ਕਿ ਵੀ ਸਾਨੂੰ ਇਹ ਉਹਨਾਂ ਉਹ ਖੁਦ ਮੁਜਰਮ ਕਹਿੰਦੇ ਨੇ ਕਿ ਵੀ ਸਾਡਾ ਪਲਾਨ ਤਿੰਨਾਂ ਦਾ ਸੀ। ਸਾਡਾ ਇਦੋਂ ਪਹਿਲੇ ਦਾ ਪਲਾਨ ਚੱਲ ਰਿਹਾ ਸੀ। ਇੱਕ ਦਿਨ ਪਲਾਨ ਹੋਇਆ ਸੀ ਜਿਸ ਦਿਨ ਬੱਚੀ ਯਾਨੀ ਕਿ ਅਸੀਂ ਮਾਰਨਾ ਸੀ, ਉਸ ਦਿਨ ਵੀ ਅਸੀਂ ਨੂੰ ਗੋਲੀਆਂ ਖਵਾਈਆਂ ਨੇ। ਉਸ ਦਿਨ ਉਹ ਜਿਹੜੇ ਬੱਚੀ ਨੇ ਸ਼ਾਦੀ ਕਰਾ ਰਹੇ ਸੀ ਨਾ, ਉਹ ਆਏ ਨੇ ਬੰਦੇ, ਉਹਨਾਂ ਨੇ ਆ ਕੇ ਵੇਖਿਆ ਤੇ ਉਹ ਵਿੱਚ ਨਾਪ ਲੈਣ ਆਏ ਨੇ ਕੱਪੜਿਆਂ ਦਾ ਬੱਚੀ ਦਾ। ਤੇ ਉਸ ਵਕਤ ਉਹ ਯਾਨੀ ਕਿ ਕੰਮ ਰੁਕ ਗਿਆ ਉਹਨਾਂ ਦਾ। ਜਿਹੜੀ ਬੱਚੀ ਜੇਲ੍ਹ ਵਿੱਚ ਉਹਦੀ ਸ਼ਾਦੀ ਸੀ? ਨਹੀਂ, ਵੱਡੀ ਇਹ ਜਿਹੜੀ ਸਾਡੇ ਕੋਲ ਉਹਦੀ ਸ਼ਾਦੀ। ਹੁਣ ਸ਼ਾਦੀ ਉਹਦੀ ਕਰ ਰਹੇ ਹੋ? ਉਹਦੀ ਸ਼ਾਦੀ ਹੁਣ ਜਿਹਨਾਂ ਨੇ ਹਲੇ ਸ਼ਾਦੀ ਕਰ ਰਹੇ ਉਹ ਕਹਿੰਦੇ ਨੇ ਕਿ ਵੀ ਜੇਕਰ ਇਹਦੀ ਮਾਂ ਆਪਣੇ ਬੰਦੇ ਨੂੰ ਮਾਰ ਸਕਦੀ ਤੇ ਸਾਡੇ ਪੁੱਤਰ ਨੂੰ ਉਹਦੀ ਧੀ ਨਹੀਂ ਮਾਰ ਸਕਦੀ। ਧੀ ਤੇ ਉਹਦੀ ਹੈ ਨਾ। ਹਾਲੇ ਉਹਨਾਂ ਨੇ ਫਿਰ ਰਿਸ਼ਤਾ ਤੋੜ ਦਿੱਤਾ? ਰਿਸ਼ਤਾ ਤੋੜ ਦਿੱਤਾ ਸਾਡੇ ਨਾਲ। मकतूल सलीम के जो मुल्ज़मान हैं उसे पुलिस ने गिरफ्तार कर लिया, जिसमें उसकी बीवी, बेटा और बेटी शामिल हैं। पुलिस ने इंटेरोगेट किया, तफ्तीश की, उसके बाद उन्हें जुडिशल कर दिया गया। पुलिस की हिरासत में मुल्ज़मान ने क्या स्टेटमेंट दिया, क्या इतराफ़ी बयान दिया, वो भी देख लीजिए। ਕੀ ਪਲਾਨ ਸੀ? ਇਹਨਾਂ ਨੂੰ ਮਾਰਨਾ। ਕਿਉਂ ਮਾਰਨਾ? ਇਸ ਚੀਜ਼ ਦਾ ਵਿਵਾਦ ਸੀ, ਕਿਉਂ ਮਾਰਨਾ? ਇਸ ਪਲਾਨ ਵਿਵਾਦ ਨਾ ਕਰਨਾ ਸ਼ੁਰੂ ਕੀਤਾ। ਦੱਸੋ ਜੀ ਬੀਬੀ, ਕਿਉਂ? ਲੜਾਈ ਝਗੜਾ ਕਰਦਾ, ਬਹੁਤ ਲੜਾਈ ਝਗੜਾ ਕਰਦਾ। ਕਿਸ ਚੀਜ਼ ਤੋਂ? ਐਵੇਂ ਨਿੱਕੀ ਨਿੱਕੀ ਗੱਲ ਕੋਈ ਨਾ ਗਾਲ ਮੰਦਾ ਕਰਦਾ ਸੀ। ਫਿਰ ਉੱਚੀ ਉੱਚੀ ਬੋਲਦਾ ਸੀ। ਮੈਂ ਲੈ ਜਾਂਦੇ ਸੀ ਵੀ ਯਾਰ ਤੂੰ ਹੌਲੀ ਬੋਲਿਆ ਕਰ, ਹੌਲੀ ਗਾਲ ਮੰਦਾ ਕਰਿਆ ਕਰ। ਆਖਰ ਤੇਰੀਆਂ ਬੱਚੀਆਂ ਨੇ ਤੂੰ ਮਾਰਨਾ ਅੱਲਾ ਨਾ ਕਰੇ ਕਿਤੇ ਥਾਂ ਤੇ ਕਾਂ ਵੱਜ ਜੇ ਗਾਂ ਦੇਣੀਆਂ ਹੀ ਹਾਂ। ਅੱਲਾ ਨਾ ਕਿ ਮੁੜ ਕੇ ਮਸਲਾ ਬਣੇ। ਤੁਹਾਨੂੰ ਕੀ ਅੱਗੇ ਮੇਰੀਆਂ ਨੇ ਨਾ ਆਉਂਦਾ ਯਾਰ ਧੀਆਂ ਸਭ ਦੀਆਂ ਸਾਡੀਆਂ ਹੁੰਦੀਆਂ ਨੇ। ਕਿਹਨੂੰ ਮਾਰਦਾ ਸੀ? ਸਾਨੂੰ ਤਿੰਨਾਂ ਚੌਂ ਜਾਣਿਆਂ ਨੇ ਮਾਰਦਾ ਸੀ। ਮੈਨੂੰ ਵੀ ਮਾਰਦਾ ਸੀ, ਇਹਨੂੰ ਵੀ ਮਾਰਦਾ ਸੀ, ਦੂਜੀ ਕੁੜੀ ਨੂੰ ਵੀ, ਮੈਨੂੰ ਵੀ। ਇੰਨੀ ਕੁ ਗੱਲ ਹੁੰਦੀ ਸੀ ਨਾ ਤੇ ਇਹਦੇ ਜਵਾਬ ਨਹੀਂ ਸਾਸੀ ਕੋਈ ਵੀ ਦਿੰਦੇ। ਤੇ ਐਵੇਂ ਡੰਡਿਆਂ ਨਾਲ ਚਾਪਾਂ ਨਾਲ ਮਾਰਨਾ ਸ਼ੁਰੂ ਹੋ ਜਾਣਾ ਉਹਨੇ ਸਾਨੂੰ। ਉਹ ਸਭਾ ਵੀ ਗੱਲ ਕੀਤੀ ਜੋ ਕੀ ਸੀ? ਹਾਂ, ਉਹ ਵੀ ਸ਼ਾਦੀ ਕੀਤੀ ਸੀ। ਇਹਨਾਂ ਨੂੰ ਪਤਾ ਉਹਨੇ ਸ਼ਾਦੀ ਕੀਤੀ ਸੀ, ਪਤਾ ਇਹਨਾਂ ਨੂੰ। ਅੱਛਾ। ਉਹਨੇ ਨਿਕਾਹ ਕੀਤਾ ਸੀ ਉਹਦੇ ਨਾਲ। ਨਹੀਂ, ਇਹ ਪਲਾਨ ਤੇ ਸਾਰਾ ਵਾਲਦਾ ਦਾ ਸੀ। ਮਾਰਦਾ ਉਹ ਤੈਨੂੰ ਹੀ ਸੀ, ਤੈਨੂੰ ਕੋਈ ਗੁੱਸਾ ਨਹੀਂ ਸੀ ਹੈਗਾ? ਮੈਂ ਬਾਲਾਂ ਨੂੰ ਕਿੰਨਾ ਸਾਂ ਕਿ ਸਾਡੇ ਮੈਂ ਘਰ ਛੱਡ ਕੇ ਚਲੇ ਜਾਣਾ। ਬਾਲਾਂ ਨੂੰ ਕਿੰਨੀ ਨਹੀਂ ਜਾਣਾ। ਮੈਨੂੰ ਜਦੋਂ ਪਾਪਾ ਨੇ ਮਾਰਿਆ ਮੈਂ ਘਰ ਛੱਡ ਕੇ ਚਲੇ ਜਾਣਾ। ਮੇਰਾ ਕੋਈ ਉਸ ਤਰ੍ਹਾਂ ਨਹੀਂ ਮਿਲਿਆ। ਮੈਂ ਘਰੋਂ ਮੇਰੇ ਕੋਲ 400-500 ਰੁਪਇਆ ਦੇ ਜੋ ਕਰਨਾ ਮੈਂ ਚੁੱਪ ਕਰਕੇ ਗੱਡੀ ਬੈਠ ਘਰੋਂ ਪਾ ਜਾਣਾ। ਮੈਂ ਜਿੱਥੇ ਮਰਜ਼ੀ ਰਹਿਣਾ ਇਸ ਤਰ੍ਹਾਂ ਹੀ। ਤੇ ਫਿਰ ਉਸ ਦਿਨ ਕੀ ਹੋਇਆ? ਉਸ ਦਿਨ ਇਹਨਾਂ ਨੇ ਪਤਾ ਹੈ ਕਿਉਂਕਿ ਮੈਂ 24 ਘੰਟੇ ਸਿਰ ਕੰਮ ਤੇ ਰਹਿਣਾ। ਮੇਰੀ ਆਦਤ ਸੁਬਹ 4:30 ਪੌਣੇ 5 ਘਰੋਂ ਚਲੇ ਜਾਣਾ, ਸ਼ਾਮ ਨੂੰ 5-6 ਵਜੇ ਘਰ ਆਉਣਾ ਕੰਮ ਤੋਂ ਵਾਪਸ। ਇਹਨਾਂ ਨੂੰ ਪਤਾ ਇਹਨਾਂ ਦਾ ਕੀ ਹੋਇਆ ਕੀ ਨਹੀਂ ਹੋਇਆ। ਬੋਲਿਆ ਸੀ, ਮਾਰਿਆ ਸੀ ਮੈਨੂੰ। ਫਿਰ ਦੋਨ ਵਿਚਾਰੇ ਡੰਡਿਆਂ ਨਾਲ ਮਾਰਿਆ ਸੀ ਮੈਨੂੰ। ਉਹਨੂੰ ਪਹਿਲੇ ਇੱਕ ਵਾਰੀ ਬੋਲਣ ਨੂੰ ਮੁਕੰਮਲ ਕਰਨ ਦੋ। ਫਿਰ ਤਦ ਮੈਂ ਘਰ ਆਇਆ ਤੇ ਘਰ ਦੇ ਨਾਲ ਬੂ ਬੇਹੋਸ਼ ਪਏ ਸੀ। ਹਾਂ। ਮੈਨੂੰ ਮੇਰੀ ਵਾਲਦਾ ਕਹਿੰਦੀ ਕਿ ਸਰਾਣਾ ਦੇ ਕੋਲ। ਮੈਂ ਕਿਹਾ ਵਾਲਦਾ ਜੀ ਮੇਰੇ ਤੇ ਹਿੰਮਤ ਨਹੀਂ ਹੈਗੀ, ਇਹਦੇ ਨਾਲ ਮੇਰੀ ਆਪੀ ਵੀ ਗਵਾ ਪੁੱਛ ਸਕਦੇ। ਮੈਂ ਮੇਰਾ ਜ਼ਮੀਨ ਨੇ ਗਵਾ ਸਮਝਦਾ। ਮੈਂ ਸਰਾਣਾ ਹਾਲਾਂਕਿ ਮੇਰੀ ਵਾਲਦਾ ਨੇ ਤੇ ਇਹਨਾਂ ਨੂੰ ਦੋਨੇ ਕਿਹਾ ਕਿ ਕੋਈ ਗੱਲ ਨਹੀਂ ਕਰ ਲੈ। ਮੈਂ ਕਿਹਾ ਨਹੀਂ, ਮੇਰਾ ਜ਼ਮੀਨ ਨਹੀਂ ਚੀਜ਼ ਬੜਾ ਸਮਝਦਾ ਮੈਂ, ਮੇਰਾ ਪਿਓ ਮੈਨੂੰ ਨਹੀਂ ਚੰਗਾ ਲੱਗਦਾ। ਬਾਜੀ ਨੇ ਸਮਝਾਇਆ ਮੈਨੂੰ ਬਹੁਤ ਜ਼ਿਆਦਾ। ਮੈਂ ਇਹ ਮੂੰਹ ਸਰਾਣਾ ਦੇਖਿਆ, ਥੋੜਾ ਦਬਾਅ ਪਾਇਆ, ਮੇਰੇ ਪਾਪਾ ਨੂੰ ਹੋਸ਼ ਆ ਗਿਆ। ਪਾਪਾ ਨੂੰ ਹੋਸ਼ ਆ ਗਿਆ। ਮੈਂ ਉਸੇ ਤਰ੍ਹਾਂ ਸਰਾਣਾ ਚੁੱਕਿਆ ਤੋਂ ਤੇ ਮੈਂ ਸੈਟ ਹੋ ਗਿਆ। ਫਿਰ ਪਾਪਾ ਉਸੇ ਤਰ੍ਹਾਂ ਸੌ ਗਏ। ਮੈਂ ਫਿਰ ਸਰਾਣਾ ਰੱਖਿਆ, ਫਿਰ ਪਾਪਾ ਨੂੰ ਹੋਸ਼ ਆਇਆ, ਪਾਪਾ ਨੇ ਥੱਲੇ ਲੈ ਲਿਆ। ਮੈਂ ਥੱਲੋਂ ਨਿਕਲਾ, ਥੋੜਾ ਇੱਕ ਧੱਕਾ ਮਾਰਿਆ,
ਨਸ਼ੇ ਦੀ ਹਾਲਤ 'ਚ ਗਏ ਇੱਕੋ ਦਮ ਪਿੱਛੇ ਜਾ ਕੇ ਵੱਜੇ ਕਿ ਨੀਂਦੇ ਵਾਲੇ ਦੇ ਨਾਲ ਨਸ਼ਾ ਬਹੁਤ ਜ਼ਿਆਦਾ ਹੋਇਆ ਪਿਆ ਇੱਕੋ ਦਮ ਪਿੱਛੇ ਜਾ ਕੇ ਵੱਜੇ ਨੇ ਤੇ ਮੇਰੇ ਕੋਲ 120 ਦੀ ਸਪੀਡ 'ਚ ਛੁਰੀ ਆਈ ਇਹ ਨਹੀਂ ਪਤਾ ਮੈਨੂੰ ਕਿੰਨੇ ਛੁਰੀ ਫੜਾਈ ਫਿਰ ਮੈਂ ਟੱਕ ਲਾ ਕੇ ਛੱਡ ਕੇ ਉੱਤੇ ਭੱਜ ਗਿਆ ਤੇ ਜਾ ਕੇ ਮੈਂ ਰੋਣਾ ਸ਼ੁਰੂ ਹੋ ਗਿਆ ਮੈਂ ਕਿਹਾ ਮਮਾ ਜੀ ਇਸ ਤੋਂ ਉੱਤੇ ਮੇਰੇ ਕੋਲ ਨਹੀਂ ਹੋਣਾ ਤੇ ਇਸ ਤੋਂ ਉੱਤੇ ਮੇਰੇ ਕੋਲ ਹੋਣਾ ਹੀ ਨਹੀਂ ਮੈਂ ਘਰ ਛੱਡਣਾ ਮਨਜ਼ੂਰ ਸਮਝਦਾ ਮੇਰਾ ਜ਼ਮੀਨ ਨਹੀਂ ਇਸ ਤੋਂ ਉੱਤੇ ਹੋਣਾ ਸਮਝਦਾ ਇਸ ਤੋਂ ਅੱਗੇ ਅਕਸਰ ਮੈਂ ਕੁਛ ਨਹੀਂ ਕਰਦਾ ਸਹੀ ਮੈਂ ਵੀ ਇਹਦੇ ਕੋਲ ਉੱਤੇ ਚਲੇ ਗਈ ਸੀ ਤੇ ਇਹ ਕੁੜੀ ਆਈ ਹੈ ਥੱਲੇ ਅੱਜ 10-15 ਮਿੰਟਾਂ ਬਾਅਦ ਸਾਡੇ ਕੋਲ ਉੱਤੇ ਗਈ ਹੈ ਹਾਂਜੀ ਸਰ ਜਦੋਂ ਅਸੀਂ ਗਏ ਹੈ ਨਾ ਉਦੋਂ ਧੜਕਣ ਬਿਲਕੁਲ ਸਹੀ ਚੱਲਦੀ ਪਈ ਸੀ ਜਦੋਂ ਛੱਡ ਕੇ ਗਏ ਧੜਕਨ ਸਾਹ ਸਹੀ ਬਿਲਕੁਲ ਚੱਲਣ ਰਹੀ ਸੀ ਤੇ ਜਦੋਂ ਦੁਬਾਰਾ ਥੱਲੇ ਆਏ ਉਦੋਂ ਦਿਲ ਦੀ ਧੜਕਨ ਵੱਧ ਦਿਲ ਦੀ ਧੜਕਨ ਸਾਰਾ ਕੁਛ ਕੁੜੀ ਥੱਲੇ ਆਈ ਸੀ ਤੇ 10-15 ਮਿੰਟਾਂ ਬਾਅਦ ਸਾਡੇ ਕੋਲ ਉੱਤੇ ਕਿਉਂ ਇਹ ਕੁੜੀ ਮੈਂ ਘਰੋਂ ਭੱਜਣ ਦੇ ਚੱਕਰਾਂ ਜਿਹਨਾਂ ਇਹਨੂੰ ਇਹ ਘਰੋਂ ਭੱਜਣ ਲੱਗੀ ਸੀ ਜਿਹਨੂੰ ਫੜ ਕੇ ਰੀ ਨਾ ਵਿਛਾਇਆ ਇਸ ਗੱਲ ਦਾ ਕੋਈ ਸਾਡੇ ਨਹੀਂ ਗੋਲੀਆਂ ਕਿੱਥੋਂ ਆਈਆਂ ਗੋਲੀ ਗੋਲੀ ਪੁਰਾਣੀ ਸਭ ਤੋਂ ਪਹਿਲੇ ਪਤਾ ਹੀ ਨਹੀਂ ਹੋਇਆ ਸੀ ਨਹੀਂ ਪਹਿਲੇ ਨਹੀਂ ਉਸ ਦਿਨ ਜਿਸ ਦਿਨ ਦਿੱਤਾ ਜੇ ਉਸ ਦਿਨ ਜਿਸ ਦਿਨ ਪਤਾ ਦਿੱਤਾ ਉਸ ਦਿਨ ਮੈਮ ਹੋਈ ਸੀ ਤੂੰ ਤਾਂ ਕਹਿੰਦਾ ਮੈਂ ਆਇਆ ਤੇ ਬੇਹੋਸ਼ ਹੋ ਪਏ ਸਨ ਤੇ ਤੂੰ ਗੋਲੀਆਂ ਫਿਰ ਤੂੰ ਲੈ ਕੇ ਆਇਆ ਸੀ ਨਾ ਮੈਂ ਗੋਲੀਆਂ ਦੇ ਸਮਝੋ ਕਿ ਜਿਸ ਦਿਨ ਕਰਨਾ ਸੀ ਨਾ ਹਾਂ। ਜਿਵੇਂ ਅੱਜ ਹੋਣਾ ਵਾਕਿਆ ਤੇ ਸੁਬਾਹ ਗੋਲੀ ਅਗਲੇ ਮੇਰੇ ਇੱਕ ਦਿਨ ਪਿੱਛੇ ਗੋਲੀਆਂ ਆ ਗਈਆਂ ਸੀ ਲੈਣ ਦੇ ਤੂੰ ਲੈ ਕੇ ਆਇਆ ਪਤਾ ਮੇਰੇ ਕੋਲ ਹੀ ਹੈਗਾ ਸੀ ਯਾਨੀ ਜਿਹੜਾ ਸਭ ਤੋਂ ਪਹਿਲੇ ਪਤਾ ਹੈ ਤੇ ਤੂੰ ਵਾਲਦਨ ਦੇ ਕੇ ਗਿਆ ਸੀ ਕਿ ਜੀ ਇਹਨੂੰ ਦੇ ਦੇ ਗੋਲੀਆਂ ਅਜਾ ਬਾਦਨ ਰਾਤ ਨੂੰ ਮੈਂ ਪਤਾ ਪੜਾਤਾ ਮੈਨੂੰ ਮੈਂ ਨਹੀਂ ਕਹਿ ਕੇ ਦੇਣੀ ਹੈ ਕਿ ਨਹੀਂ ਦੇਣੀ ਮੈਂ ਪਤਾ ਸਿਰ ਪੜਾਤਾ ਹਾਂ ਮੈਂ ਸੁਬਾਹ ਉੱਠ ਕੇ ਸੌਦਾ ਪਕਾਇਆ ਸੌਦਾ ਪਕਾ ਕੇ ਮੈਂ 4-4:30 ਵਜੇ ਘਰੋਂ ਚਲਾ ਗਿਆ ਹਾਂ ਮੈਂ 12-12:30 ਵੇਲੇ ਹੋਇਆ ਹਾਲਾਂਕਿ ਮੈਂ ਜਾਣ ਬੁੱਝ ਕੇ ਲੇਟ ਆਇਆ ਘਰ 5-5:30 ਦਾ ਟਾਈਮ ਜਦੋਂ ਮੈਂ ਘਰ ਆਇਆ ਹਾਂ ਮੇਰੇ ਅੰਦਰ ਕੋਈ ਗਰੂਪ ਵੀ ਹੋਸ਼ ਪਏ ਸੀ ਇਹ ਨਹੀਂ ਪਤਾ ਸਾਰੀ ਤੁਹਾਡੀ ਕੀ ਕਰਨਾ ਹੈ ਪਹਿਲੇ ਗਲਾ ਤੂੰ ਵੱਢਣ ਦੀ ਕੋਸ਼ਿਸ਼ ਕੀਤੀ ਫਿਰ ਤੂੰ ਉੱਤੇ ਚਲਾ ਗਿਆ ਹਾਂਜੀ। ਤੇ ਬਾਕੀ ਗਲਾ ਕਿਹਨੇ ਵੱਢਿਆ ਇੱਥੇ ਵੱਡੇ ਬਾਈ ਕੁੜੀ। ਕਿਉਂਕਿ ਅਸੀਂ ਮਾਂ ਪੁੱਤ मैं ਅਸੀਂ अपने ਮਾਂ भाई ਪੁੱਤ को ਤੇ उत्ते ਛੱਡਦੇ सा ਹਾਂ हाँ। ਇਹ ਥੱਲੇ ਗਈ ਥੱਲੇ ਉਹ ਇੱਕ ਮਿੰਟ मैं अपने भाई को उत्ते सा हाँ। मैं रोने से कह रहा मैंने अपने आप तो खेच चढ़ती भी हाँ। मैं कि खेच मैंने भी चढ़ती भी मैं कि मैं तेरे कहता मैं छत तो छाल मारदा ਇਹ ਨਹੀਂ ਕਿਹਾ ਇਹਨੇ ਸਰ ਇਹ ਝੂਠ ऐसे वीडियो तो रिकॉर्ड करवाया मेरे चाचू सामने बैठा है अच्छा आगे चल आगे चल ठीक है मैं कहना मेरी खेच चढ़ती भी मैं भी रोने लग गई ऐ भी रोने लग गया हाँ। कहना मामा कहते तेरी धड़कन चलती भी है हाँ। कहना मम्मा इस तरह मेरे को कुछ नहीं होना मैंने कहनी तू जा मैं कि मेरे को भी नहीं होना हाँ ठीक है बाद में मामा आप गई ਮੈਂ ਨਹੀਂ ਗਈ ਸਰ ਮਮਾ ਆਪ ਗਈ ਤੇ ਜਦੋਂ ਮੈਂ ਤੇ ਮੇਰੇ ਭਰਾ ਨਾਲ ਸੀ ਦੁਬਾਰਾ ਗਏ ਹਾਂ। ਤੇ ਇੰਨਾ ਜ਼ਿਆਦਾ ਟੱਕ ਲੱਗਾ ਸੀ ਮੇਰਾ ਭਰਾ ਹੁਣ ਮੁਕਰਦਾ ਪਿਆ ਤੱਕ ਮੈਂ ਕਿੰਨਾ ਇਹ ਤੇ ਅੱਗੇ ਵੀ ਤੂੰ ਮੰਨ ਚੁੱਕੀ ਕਿ ਦੂਸਰੀ ਵਾਰੀ ਮੈਂ ਆਈ ਹਾਂ ਥੱਲੇ ਹੁਣ ਕਿਸ ਤਰ੍ਹਾਂ ਮੁਕਰਦੀ ਵੀ ਅੰਕਲ ਜੀ, ਮੇਰੇ ਭਾਈ ਨੇ ਕੋਨਾ ਉੱਤੇ ਖਲੋਤੀ ਹੀ ਸਨ ਇਹਨੂੰ ਪੁੱਛ ਲਓ ਕਿ ਮੈਂ ਇਹਦੇ ਕੋਲ ਇਹਨੇ ਰਾਤੀ ਇਹਨੇ ਵੀ ਸਟੇਟਮੈਂਟ ਇਹੀ ਦਿੱਤਾ ਸੀ ਕਿ ਬਾਅਦ ਚ ਮਾਂ ਨੇ ਵੱਢਿਆ ਅੰਕਲ ਜੀ ਨੇ ਵੀਡੀਓ 'ਚ ਵੀ ਰਿਕਾਰਡ ਕਰਵਾਇਆ ਮੋਬਾਈਲ 'ਚ ਰਿਕਾਰਡ ਸਾਰਾ ਕੁਝ ਕਰਵਾਇਆ ਹਾਂ ਮੇਰੇ ਚਾਚੂ ਕੋਲ ਇਹ ਮੇਰੇ ਕੋਲ ਇਹ ਮੈਂ ਮੰਨਣਾ ਮੇਰੇ ਕੋਲ ਸਿੱਤੇ ਹਾਂ। ਇਹ ਕੁੜੀ ਥੱਲੇ ਵੀ ਗਈ ਸੀ ਹਾਂ। ਇਹ ਨਹੀਂ ਪਤਾ ਕਿ ਉਹਨੇ ਨਹੀਂ ਕੀਤਾ ਕਿ ਨਹੀਂ ਤੂੰ ਮੈਂ ਕੀਤਾ ਹੈ। ਇਹ ਨਹੀਂ ਪਤਾ ਸੀ ਪਿਓ ਦਾ ਮੈਂ ਪਾਪਾ ਦੇ ਬਾਜ਼ੂ ਇੰਜ ਕਰਕੇ ਫੜਿਆ ਸੀ ਕਦੋਂ ਫੜਿਆ ਸੀ ਜਦੋਂ ਭਾਈ ਸਾਹਿਬ ਕੋੜਦਾ ਪਿਆ ਸੀ ਭਾਈ ਸਾਹਿਬ ਤੇ ਮੈਂ ਪਾਪਾ ਦੇ ਬਾਜ਼ੂ ਇੰਜ ਕਰਕੇ ਫੜਿਆ ਮੇਰੇ ਪਾਪਾ ਮਾਸ਼ਾਅੱਲਾ ਸਿਹਤਮੰਦ ਸੀ ਉਹਨਾਂ ਨੇ ਮੇਰੇ ਕੋ ਬਾਜ਼ੂ ਛਡਵਾ ਲਿਆ ਮੈਂ ਪਿੱਛੇ ਹੋ ਗਈ ਹਾਂ। ਠੀਕ ਹੈ ਮੇਰੀ ਇਹਨੇ ਡੰਡਾ ਮੰਗਵਾਇਆ ਮੇਰੀ ਵੱਡੀ ਭੈਣ ਨੇ ਡੰਡਾ ਲਿਆ ਕੇ ਦਿੱਤਾ ਹਾਂ। ਠੀਕ ਹੈ ਡੰਡਾ ਇਹਨੇ ਸਿਰ 'ਚ ਮਾਰਿਆ ਕਿੰਨਾ ਵੱਧ ਮਾਰਿਆ ਡੰਡਾ ਕਿਹਨੇ ਲਿਆ ਕੇ ਦਿੱਤਾ ਤੂੰ ਮਾਰੇ ਤੂੰ ਜਦੋਂ ਕਿਹਾ ਕਿ ਤੁਹਾਡੇ ਵਾਸਤੇ ਕਰ ਉਹਦੇ ਬੱਚੇ ਦੇ ਉਹਦੇ ਮੈਂ ਕਿਹਾ ਸੀ ਤੁਹਾਡੇ ਵਾਸਤੇ ਪਰ ਨਹੀਂ ਡੰਡਾ ਕਰਨਾ। ਮਾਰੇ ਉਸ ਪਾਪਾ ਦੇ ਕੇ ਉਸ ਪਾਪਾ ਉਸ ਤੋਂ ਬਾਅਦ ਇਹਨੇ 3-4 ਦਫਾ ਡੰਡਾ ਮਾਰਿਆ ਮੈਂ ਦੇਖ ਰਹੀ ਪਹਿਲੇ ਵੀ ਸੱਟ ਸੀ ਲੱਗੀ ਸੀ ਜਿਹਨਾਂ ਨੇ ਕਿਉਂ ਐਕਸੀਡੈਂਟ ਹੋਇਆ ਸੀ ਉਹਨਾਂ ਦਾ ਤੇ ਜਿਹਨਾਂ ਨੇ ਪਹਿਲੇ ਵੀ ਸੱਟ ਲੱਗੀ ਮੈਂ ਦੇਖ ਰਹੀ ਸੀ ਇਹਨੇ 3-4 ਦਫਾ ਡੰਡਾ ਮਾਰਿਆ ਹਾਂ। ਜਿਹਦੇ ਤੋਂ ਪਾਪਾ ਜ਼ਿਆਦਾ ਖੂਨ ਲੱਗਿਆ ਜਿਹਦੇ ਇਹਨਾਂ ਨੇ ਸਾਰਾ ਘਰ ਧੋਤਾ ਹੈ ਉਸ ਟਾਈਮ ਇੱਕ ਵੀ ਅੰਕਲ ਡੰਡਾ ਮਾਰਨਾ ਨਹੀਂ ਨਾ ਕੁਐਸਚਨ ਦਾ ਹੂੰ ਇੱਕ ਵੀ ਡੰਡਾ ਮਾਰਨਾ ਨਹੀਂ ਕੁਐਸਚਨ ਦਾ ਇਹਨੇ 3-4 ਹੁਣ ਗਲਾ ਤੁਸੀਂ ਦੋਨਾਂ ਨੇ ਵੱਢਿਆ ਨਹੀਂ ਸਰ ਮੈਂ ਸਿਰਫ ਐਡਾ ਟੱਕ ਲਾਇਆ ਉਸ ਤੋਂ ਉੱਤੇ ਫਿਰ ਇਹਨਾਂ ਨੇ ਤਾਰ ਲੇਟੀ ਮੋਟਰ ਦੀ ਤਾਰ ਮੈਂ ਤੁਹਾਨੂੰ ਦੱਸਣਾ ਇਹ ਸਾਰਾ ਕੰਮ ਇੱਥੇ ਪਾ ਰਹੇ ਨੇ ਹੂੰ ਇਹਨਾਂ ਨੇ ਤਾਰ ਵੀ ਲੇਟੀ ਮੋਟਰ ਦੀ ਤਾਰ ਜਿੱਥੇ ਤੂੰ ਸੋਚ ਲਾ ਇਹਨੇ ਤੇ ਮੰਮਾ ਨੇ ਦੋਨਾਂ ਨੇ ਰਲ ਕੇ ਪਾਪਾ ਦਾ ਤੂੰ ਨਾਲ ਗਲਾ ਸਾਂ ਤੂੰ ਨਾਲ ਤੂੰ ਨਾਲ ਕਰਨ ਮੈਂ ਨਾਲ ਨਹੀਂ ਸਾਂ ਹਾਂਜੀ ਸਰ ਨਾਲ ਸੀ ਤੂੰ ਮੰਮਾ ਨੂੰ ਕੱਪੜਾ ਫੜਾਇਆ ਕੱਪੜਾ ਤੂੰ ਕੋਰੀਅਨ ਸਾਈਡ ਤੇ ਸਾਂ ਮੈਂ ਕੋਰੀਅਨ ਸਾਈਡ ਮੰਮਾ ਤੇ ਦਰਵਾਜ਼ੇ ਸਾਈਡ ਤੇ ਸੀ ਮਾਮਾ ਬੂਏ ਸਾਈਡ ਮੇਰੇ ਤੂੰ ਮੰਮਾ ਨੇ ਕਿਹਾ ਮੇਰੇ ਨਾਲ ਆ ਮੈਂ ਕਿਹਾ ਮੇਰੇ ਕੋ ਨਹੀਂ ਹੋਣਾ ਮੇਰੇ ਹੱਥ ਦਰਦ ਹੁੰਦੇ ਨੇ ਮੰਮਾ ਕਿਹਾ ਕਿ ਮੈਂ ਇਹ ਦੇਖ ਸਾਡੇ ਨਾਲ ਹੀ ਸੀ ਭਾਈ ਉਹਨੂੰ ਕਰਨ ਦੇ ਹੀ ਨਾਲ ਤੇ ਹੈਗੀ ਸੀ ਨਾਲ ਨਾਲ ਤੇ ਸਾਰੇ ਮੰਨਦੇ ਨੇ ਕਿੰਨਾ ਨੇ ਕੀਤਾ ਠੀਕ ਹੈ ਇਹਨਾਂ ਨੇ ਪਾਪਾ ਨੂੰ ਕੁਝ ਨਹੀਂ ਟੱਕ ਕਰਿਆ ਲਾ ਕੇ ਮੈਂ ਛੱਡ ਕੀਤੇ ਦੇ ਕੋਈ ਇਹਨੇ ਥੋੜ੍ਹਾ ਜਿਹਾ ਸ਼ਰਮਿੰਦਗੀ ਹੈ ਕੀਤੇ ਦੇ ਕੋਈ ਸ਼ਰਮਿੰਦਗੀ ਕੋਈ ਹੋਰ ਗੱਲਬਾਤ ਮੈਂ ਇਹਨਾਂ ਨੂੰ ਮੈਂ ਰੋਈ ਆ ਬਾਅਦ ਚੋਂ ਬੜੀ ਵੱਡੀ ਬਹੁਤ ਵੱਡੀ ਗਲਤੀ ਕੀਤੀ ਇਸ ਗੱਲ ਤੇ ਹਾਂ। ਬੜੀ ਵੱਡੀ ਗਲਤੀ ਕੀਤੀ ਹਾਂ ਮੈਂ ਬਾਅਦ ਚ ਰੋਈ ਆ ਮੈਂ ਕਿਹਾ ਮੈਂ ਸਾਰਿਆਂ ਨੂੰ ਦੱਸ ਦੇਣਾ ਮਮਾ ਕਹਿੰਦੀ ਜੇ ਤੂੰ ਦੱਸਿਆ ਤੇ ਜੇ ਤੇਰੇ ਪਿਓ ਨੂੰ ਮਾਰਨ ਲੱਗਾ ਡੈਮ ਮੈਨੂੰ ਲਾਏ ਮੈਂ ਲਾਲ ਤੈਨੂੰ ਵੀ ਨਹੀਂ ਦੇਣਾ ਮਮਾ ਛੱਤ ਤੇ ਰਹਿ ਸੀ ਹਾਂ ਮੈਂ ਮੰਨਿਆ ਮੈਂ ਗੋਲੀਆਂ ਮੰਗਵਾਈਆਂ ਪਰ ਮੈਂ ਪਾਪਾ ਨੂੰ ਕੁਝ ਕਰਵਾਉਣ ਵਾਸਤੇ ਨਹੀਂ ਮੰਗਾਈਆਂ ਮੈਂ ਆਪਣੇ ਵਾਸਤੇ ਮੰਗਵਾਈਆਂ ਸਾਨੂੰ ਤੇ ਆ ਕੇ ਆਪ ਭੱਜਣ ਦੇ ਪ੍ਰੋਗਰਾਮ ਸੀ ਟੰਕਰ ਇਹਦੇ ਚ ਪਾਪਾ ਦਾ ਕੀ ਤਲੁਕਾਤ ਹੈ ਮਾਰਨ ਦੇ ਪੱਤੇ ਉਸ ਪੱਤੀ ਚ ਪਾਪਾ ਮਰੇ ਨੇ ਜਿਸ ਪੱਤਾ ਇਹ ਲਿਆਇਆ ਤਾਰ ਇਹਨੇ ਕੁੱਟੀ ਡੰਡੇ ਇਹਨੇ ਮਾਰੇ ਛੁਈ ਦਾ ਇਹਨੇ
इंचार्ज इन्वेस्टिगेशन काना एजाज रसूल हमारे साथ हैं। मकतूल सलीम किस तरह से कत्ल हुआ, बीवी, बेटा और बेटी ने कैसे कत्ल किया, इन्वेस्टिगेशन क्या कहती है। एजाज साहब बहुत शुक्रिया आपका। इस केस में बड़ी दर्द भरी दास्तान है कि बेटा, बीवी और बेटी बाप के कत्ल में मुलव्विस पाए गए। क्या है कहानी? जी बिल्कुल इसी तरह ये हमें 15 पे कॉल मौसूल हुई थी कि किसी का गला कटा हुआ है और वो लाश पड़ी हुई है। उस कॉल पे हम लोग मौके पे गए हैं, तो मौके पे जाने के बाद ये चीज़ सामने आई कि किसी ने उसको तेज़धार आले से उसका गला काटा था। फौरी तौर पे मौके पे जो हमारी हैं टीमें फॉरेंसिक की और बाकी चीज़ें मंगवाई गई, तो उससे हमें अंदाज़ा हो गया कि ये जो है मर्डर, इसके सुराग जो हैं वो घर पे ही जा रहे हैं, घर से बाहर नहीं जा रहे। तो हमने उस पर जो है ना वो प्रोसीडिंग शुरू की और सस्पेक्ट समझते हुए वालदा और बेटी को जो है इंटरोगेट किया। तो उन्होंने तो ड्यूरिंग इंटरोगेशन बताया कि ये जो बेटा घर से जो मिसिंग है उसने इसको गला काट के कत्ल किया। हमने लेकिन उनके बयानात का आपस में भी तजाद आ रहा था। उस तजाद की बिना पे उनको सस्पेक्ट समझते हुए हमने उनको भी अरेस्ट किया और बेटे की तलाश शुरू कर दी। नेक्स्ट डे हम अल्हम्दुलिल्लाह उसको पकड़ने में कामयाब हो गए हैं। बेटे को पकड़ने में कामयाब हो गए हैं। जिस वक्त हमने बेटे को पकड़ा सर, तो उससे हमें ये अंदाज़ा हुआ कि ये बेटा, बेटी और बीवी वो तीनों इस कत्ल में मुलव्विस थे। और थोड़ी सी तलख हकीकत है माशरे की, लेकिन ये हमारे माशरे में हो रहा है। बेसिकली तीनों के अपने अपने इंटरेस्ट थे, उनका आपस में कहीं फैमिली का आपस में कोऑर्डिनेशन नहीं था, कोई लाइजन नहीं था। वालिद जिसको कत्ल किया गया वो थोड़ी सख्त तबीयत के थे। उन पे टॉर्चर के इल्ज़ामात भी हैं इनकी तरफ से कि जो हमें अक्सर टॉर्चर करते थे। तो उसकी वजह से फैमिली की आपस में बाइंडिंग नहीं बन सकी। उस बाइंडिंग ना बनने का एंड रिज़ल्ट ये निकला है कि वो मर्डर हो गया है। इन्होंने मर्डर करने से पहले, चूँकि इन तीनों के मफादात इस चीज़ में थे कि वो ना रहे, थोड़ी सी इनको लिबर्टी मिल जाए, आज़ादी मिल जाए। बेटा अपने हिसाब से ज़िंदगी अपनी जीना चाह रहा था, बेटी अपने हिसाब से जीना चाह रही थी। वालदा तकरीबन 20 साल हो गई थी उसकी शादी को, वो अलहदा अब जो है ना एक नया उसका भी एक कैरेक्टर था। उन सारी चीज़ों की वजह से उन तीनों का मफादात चूँकि मुश्तरका थे, इन्होंने आपस में प्लानिंग की। प्लानिंग करके पहले उसको नशावर गोलियाँ दी जिससे वो बेहोश हो गया। फिर उसको जो है वो इन्होंने कत्ल करने की कोशिश की, लेकिन वो चूँकि जिस्म में मजबूत था, ये अभी बच्चे थे, ये इस लेवल पे नहीं थे, तो उसको थोड़ी बहुत होश आ गई। फिर इन्होंने एक डंडा मारा उसके सर में, मार के उसको बेहोश किया। उसके आंखों मुँह पे कपड़ा तकिया रखा। जब कोई चीज़ भी कारामद नहीं हुई तो इन्होंने फौरी तौर से किचन से छुरी उठाई। वो छुरी उठा के उसका गला काटा, जिससे उसकी मौत वाक़ हुई। वो हमने छुरी भी रिकवर कर ली थी, ये भी पकड़ ली हैं, मुल्ज़मान भी सारे पकड़ लिए हैं। और इनको जो है प्रॉपर रिकवरी डालने के बाद विद एविडेंस इनको चालान हमने किया है। और इंशाल्लाह अगर इस केस को मुद्दई मुकदमा की तरफ से प्रॉपरली प्रोसिक्यूट किया गया, इसकी पैरवी की गई, तो मुल्ज़मान को मेजर पेनल्टी मिलेगी इसमें। अच्छा जाज साहब, ये बताएं कि जिस तरह आपने बताया कि इन्वेस्टिगेशन में आपको मालूम हुआ कि घरेलू नाचाकी थी, मारता पीटता था मकतूल अपनी बीवी को भी, बच्चों को भी। तो घरेलू नाचाकी की कोई वजह होती है क्या? मकतूल जो था रोज़गार पे नहीं था, पैसे नहीं कमाता था, बेटी को, बेटे को या बीवी को मारना कोई आम बात नहीं है, मतलब कोई ना कोई प्रॉब्लम होती है घर में, तो फिर इस इंतहा तक बंदा आता है। तो क्या आपकी इन्वेस्टिगेशन इस हवाले से क्या देखती है कि प्रॉब्लम कहाँ पे थी? ये बेसिकली तो साइकोलॉजी के मुतल्लिका है और डॉक्टर्स इसका बेहतर जवाब दे सकते हैं। लेकिन जहाँ तक हमने अपना एज ए ह्यूमन या एज ए इंसान या एज ए पुलिस अफसर इस केस को स्टडी किया, उसमें हमें जो चीज़ सामने आई है वो चीज़ ये सामने आई है कि वो बरसरे रोज़गार था, ठीक पैसे लेके आ रहा था और इनकी शादी भी लव मैरिज थी। ठीक है। ये जो बीवी जिसने इसको कत्ल करने में साथ दिया अपने बेटे का, वो लव मैरिज थी इनकी। लेकिन कुछ था कि एट टाइम्स वो जो मकतूल है वो नशे का आदी था, कोई थोड़ा बहुत नशा चीज़ें, जिस वक्त वो अपने सेंसेस में नहीं होता था उस वक्त जो है वो अपनी फ्रस्ट्रेशन या अपनी चीज़ें, अपना गुस्सा, अपनी एंगर मैनेजमेंट के लिए बीवी पे हाथ उठाता था। और वो बीवी चूँकि लव मैरिज थी, घर से निकल के आई थी, घर वाले उसके साथ ताल्लुक़ नहीं रखते थे, बीवी के यानी कि अपने भाइयों से, अपने माँ बाप से कोई ताल्लुक़ नहीं था। ठीक है। उस ताल्लुक़ ना होने का फ़ायदा ये था कि वो लावारस थी, तो और एक ईजी टारगेट थी। वो आहिस्ता आहिस्ता विद द पैसेज ऑफ टाइम वो तशद्दुद बढ़ता गया और अब इस लेवल पे आ गया था तशद्दुद के, जो उसका एंड रिज़ल्ट ये निकला। अच्छा जाज साहब, जो आपने इन्वेस्टिगेशन की, जब मुल्ज़मान को आपने गिरफ्तार किया, तो प्लान किसका बना था? मास्टर प्लान किसका था? माँ का था? उसमें बेटी का क्या किरदार था वो कुएं में? बेटे का क्या किरदार था? और बीवी ने प्लान किया था? किसने प्लान किया था?
नहीं, मास्टर प्लानर तो उसकी वालदा ही थी, यानी कि जो कत्ल होने वाला उसकी बीवी जो थी वो मास्टर प्लानर थी, चूँकि वो बड़ी भी थी, समझती भी थी, और माँ थी, सो जारी बात है बेटे की भी बेटी की भी, तो वो हाकम भी थी घर पे, तो मास्टर प्लानर तो वही थी। लेकिन प्लान की एग्जीक्यूशन में बेटे ने ज़्यादा मदद की है, क्योंकि बेटा एज ए मर्द होने के हैसियत से वो था, तो इस वजह से उसने ज़्यादा की, लेकिन मास्टर प्लानर बीवी थी। और बेटी का इसमें क्या किरदार था, क्योंकि बेटियों की इन्वॉल्वमेंट बाप के साथ बहुत ज़्यादा होती है, और इस कत्ल में क्या बेटी पूरी हिस्सेदार थी? जी बिल्कुल, बेटी पूरी तरीके से हिस्सेदार थी। बेटी ने ही 81 की मेडिसिन जो उसको पहले नशे में दी गई, वो बेटी परचेज करके लेके आई थी मार्केट से, और वो भी टोटली इसमें मुलव्वस थी। इस वजह से इन तीनों लोगों को हमने चलान किया। अच्छा, जहाँ साहब ये बताएं कि जो लवाहिकीन हैं उनका ये भी कहना है कि कोई उसके पास पैसे भी थे, और पैसे जो हैं वो अभी तक मिले नहीं हैं। यकीनन जब मर्डर हुआ, इत्तला कत्ल की जो है वो महल्लेदारों ने दी, या जो लवाहिकीन थे उस वक़्त बीवी और बेटा या बेटी थे, उन्होंने इत्तला दी, और पैसों का कोई ऐसा जिक्र आता है तफ्तीश में? जी बिल्कुल आता है जी, पैसों का जिक्र आता है। वो तकरीबन 8 से 10 लाख रुपए की रकम है जो जिसके मतलब ये जिक्र आता है। नहीं, वो प्रॉपर्टी खरीदना चाह रहा था और उसके पास पैसे मौजूद थे, लेकिन अब इसमें जो है ना, चूँकि वो अपने घर वालों से, जो कत्ल होने वाला वो अपने घर वालों से कट ऑफ था बिल्कुल, वो अलहदा रह रहा था। घर वालों जो अपने भाई हैं, अपनी वालदा, बाकी फैमिली है जो इस वक्त मुद्दई हैं, उनके साथ उसका नहीं था, और बीवी का अपने घर वालों के साथ नहीं था, तो ये फैमिली बिल्कुल आइसोलेशन में रह रही थी, अलहदा रह रही थी। ठीक है। अब इस पैसों का इसकी वाइफ और बच्चों के अलावा बहुत कम लोग होंगे जिनको पता होगा। वकूए के बाद बच्चा फौरी तौर पे वहाँ से चला गया था, वो दूसरे तीसरे दिन पकड़ा गया। इवन ये जो वालदा है वो भी वकूए के बाद वहाँ से चली गई थी, फिर दोबारा वापस आई है, फिर हमने पकड़ा है। और जो उसके बाद जब हम इनको लेके आ गए हैं तो वो घर टोटली हैंड ओवर हो गया था, जो कत्ल होने वाला है उसके भाइयों के हैंड ओवर हो गया और वालिदैन के। अब उस पैसे, या तो जो तीनों मुलजमान पकड़े गए हैं इनकी तो हमने इंटरोगेशन की है, वो तो इस चीज़ पे नहीं आ सके, उनको हम नहीं लेके आ सके कि पैसे वो लोग लेके गए हैं। उनका इल्ज़ाम इनकी तरफ था, जो मुद्दई मुकदमा है इनकी तरफ था कि इन लोगों ने पैसे ले लिए हैं। मुद्दई मुकदमा का इल्ज़ाम उनकी तरफ है कि उन्होंने पैसे ले लिए हैं, लेकिन वो चूँकि इनका अपना फैमिली डिस्प्यूट था, फैमिली मैटर था, वो पुलिस के मुतलका था नहीं, और इस कत्ल के साथ भी उसका ऐसा लिंकेज नहीं बनता था, इसलिए हमने उसको एज ए प्रॉपर केस इंटरोगेट नहीं किया। वो एक सप्लीमेंट्री चीज़ ज़रूर आई थी इस केस के दौरान, लेकिन वो उसको हमने प्रॉपर जिस तरह इंटरोगेशन होनी चाहिए उस तरह इंटरोगेट नहीं किया था, क्योंकि वो हमारे इस कत्ल से मुतलका नहीं था। अच्छा जहाँ साहब, जो आपने इन्वेस्टिगेशन की, मुलजमान के स्टेटमेंट भी हुए होंगे जो आप अदालत में भी पेश कर रहे हैं, एतराफ़ी बयान जिसको कहा जाता है, पुलिस की हिरासत में देते हैं, कोई बेटी के कुछ अल्फाज और कुछ बेटे के अल्फाज, कुछ बीवी के अल्फाज, कुछ स्टेटमेंट अलग अलग थे कि दुख क्या था कि बाप को ही मार दिया? नहीं, अगर आप ये कहें कि दुख, तो शायद मुझे नहीं लगा कि पूरी इन्वेस्टिगेशन में भी उनको ये जितने दिन वो हमारे पास रहे हैं कि उनको कभी कोई दुख महसूस हुआ को हमने ये जो किया ये गलत किया। पछतावा भी नहीं हुआ? पछतावा हमें नहीं नज़र आया उनके चेहरों पे। अगर उनके अल्फाज में किसी दफ़ा कहीं पे रिफ्लेक्ट हुआ भी है तो उनके एक्ट से नज़र नहीं आ रहा था कि उनको कोई चीज़ का पछतावा है। उसकी वजह मैंने आपको बता दी कि फैमिली बाइंडिंग नहीं बन सकी, बीवी 20 साल से इसके साथ रह रही थी और टॉर्चर बढ़ता जा रहा था, टॉर्चर इस हद तक आ चुका हुआ था। बच्चा अपनी इंडिपेंडेंस चाह रहा था, बच्ची अपनी इंडिपेंडेंस चाह रही थी, वो अपनी लाइफ गुजारना चाह रही थी। तो वो सारे एक हद तक जो है ना वो सेटिस्फाइड थे, एक हद तक खुश थे कि चलें हम अपनी अपनी लाइफ में कामयाब हो गए। हाँ, उनको पछतावा इस चीज़ का ज़रूर था कि वो अपने प्लान को 100% एग्जीक्यूट नहीं कर सके, जो पुलिस का उसमें रोल आ गया और पुलिस ने वो चीज़ें डिफ़ाइन कर ली, पता चल गया कि इनको मारने वाले कौन है, वो अरेस्ट हो गया, वो जेल चले गए हैं। तो इस हद तक पछतावा ज़रूर था कि अरेस्ट हो गए हैं, जेल चलेंगे। अगर कहें कि इंसानी जान के जाने का उनको पछतावा था या दुख था तो वो हमें नज़र नहीं आया। एजाज साहब, जब भी इस तरह का वक़ूआ होता है, इस तरह का कत्ल होता है, तो यकीनन मुलजिम जो होता है वो यही सोचता है कि किसी को पता नहीं चलेगा, लेकिन एंड ये होता है कि मुलजमान गिरफ्तार हो जाते हैं, चाहे वो बाप हो, बेटी हो या भाई हो। इसमें भी यही हुआ, पुलिस ने उनको हिरासत में ले लिया। इनका प्लान था क्या, कि ये क्या करना चाह रहे थे कि कत्ल किस पे डलता? ज़ाहिर है गला काटा गया, मर्डर किया गया, तो उसके बाद इन्होंने सोचा क्या था कि हम क्या कहेंगे कि घर में क्या हुआ कि बाप को मार गया कोई? इन्होंने इनिशियली स्टेटमेंट तो हमें ये दी कि हमें पता ही नहीं, हम सोए हुए थे तो ये इसको मार के चला गया। अच्छा। आउटसाइडर को बंदा मार के चला गया वो। लेकिन जिस वक्त मैंने बताया कि हम मौके पे गए, हमने जाके कुछ चीज़ें मौके से शायद इकट्ठे किए हैं, बाकी चीज़ें इकट्ठी की और वो चीज़ें देखी, तो हमें उससे अंदाज़ा हो गया कि ये बाहर से कोई बंदा इंटर नहीं हुआ घर के अंदर, तो घर के अंदर से ही है।
پھر جب ان کو علیحدہ کرके انٹروگیشن ان کی شروع کی, ہر بندے سے کوشچننگ کی, تو ان کے بیانات میں تضاد آنا شروع ہو گیا. جیسے لیٹس سپوز کہ میں نے والدہ سے پوچھا کہ بھائی آپ کا بیٹا کہاں پہ ہے, اتنا بڑا انسیڈنٹ ہوا, آپ نے اس کو کیوں نہیں بلایا؟ تو اس نے کہا جی وہ ابھی نکلا باہر, تو آ جاتا, ابھی اس کو پتہ نہیں ہے. پھر میں نے اس کی جو بیٹی ہے اس سے پوچھا کہ آپ کا بھائی کہاں, تو اس نے کہا جی وہ والدہ کے ساتھ گیا ہے. تو یہ چھوٹے چھوٹے تضادات سے ہم نے پھر وہ ایک لیڈ بناتے بناتے ہم جو ہے نا اس موقع نتیجے پہ پہنچے ہیں کہ یہ انہوں نے خود کیا ہے. ان کا پہلا اسٹیٹمنٹ یہی تھا کہ کوئی ان نون بندہ باہر سے آیا اور وہ مار گیا. تو وہ پہلے تو یہی تھا کہ اس کو واردات کا رنگ کہہ لیں یا کسی بھی رنگ میں لے کے جانا چاہ رہے تھے, لیکن قتل ہے وہ چھپتا نہیں ہے, وہ سامنے آ جاتا ہے. وہ آج کل کسی بھی وقت, تو وہ یہ خوش قسمتی سے اسی وقت سامنے آ گیا کہ یہ لوگ انوالو. انچارج انویسٹیگیشن کا نا اعجاز رسول کی آپ نے بات سنی کہ کس طرح سے ماں نے بیٹے اور بیٹی کے ساتھ مل کے اپنے شوہر کو قتل کیا. گھریلو ناچاکی تھی, گھریلو اختلافات تھے, کیا وجہ تھی کہ بیٹی بھی مل گئی, بیٹا بھی مل گیا اور ماں کا ساتھ دیا اور باپ کو ہمیشہ کے لیے سلا دیا. یہ تھی آج کی جرم اور انجام کی کہانی, جس میں ایک ماں کے بیٹے کو اس کی بہو نے, پوتے نے اور پوتی نے قتل کر ڈالا. پولیس نے تمام شواہد اور آلائے قتل برآمد کر کے ملزمان کو جیل بھجوا دیا ہے. تمام شواہد کی روشنی میں اب عدالت فیصلہ کرے گی کہ ملزمان کس سزا کے حقدار ہیں. آئندہ نئی کہانی کے ساتھ مجھے دیجیے اجازت. اللہ حافظ.